ਹੈਲੋ। ਸੋ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਨੇ ਮੈਡੀਵਲ ਹਿਸਟਰੀ ਸ਼ੁਰੂ ਕੀਤੀ ਹੋਈ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸਲੇਵ ਡਾਇਨੈਸਟੀ ਕਰ ਚੁੱਕੇ। ਉਹ ਕਿੱਥੋਂ ਆਈ, ਉਹ ਤੋਂ ਪਹਿਲਾਂ ਕੀ ਕੁਝ ਹੋਇਆ, ਕਿਵੇਂ ਤਰ੍ਹਾਂ ਦਾ ਯੁੱਧ ਹੋਇਆ ਜਾਂ ਮੁਹੰਮਦ ਬਿਨ ਕਾਸਿਮ ਕਿਵੇਂ ਹੋਇਆ, ਸਾਰਾ ਕੁਝ ਤੁਹਾਨੂੰ ਉਹਦੀ ਪਲੇਲਿਸਟ ਦੇ ਵਿੱਚ ਮਿਲ ਜੂਗਾ। ਉਸ ਤੋਂ ਬਾਅਦ ਆਪਾਂ ਆਏ ਸਲੇਵ ਡਾਇਨੈਸਟੀ ਤੋਂ ਬਾਅਦ ਕਿਹੜੀ ਖਿਲਜੀ ਡਾਇਨੈਸਟੀ ਦੇ ਉੱਤੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕਿਹਨੂੰ ਕਰ ਚੁੱਕੇ, ਫਿਰੋਜ਼ ਸ਼ਾਹ ਖਿਲਜੀ ਨੂੰ। ਠੀਕ ਹੈ, ਅੱਜ ਆਪਾਂ ਕਿਹਨੂੰ ਕਰਾਂਗੇ, ਅਲਾਉਦੀਨ ਖਿਲਜੀ ਨੂੰ। ਹਾਂਜੀ, ਆ ਆਪਣੇ ਕੋਲੇ ਕੀ ਸੀ, ਫਿਰੋਜ਼ ਸ਼ਾਹ ਖਿਲਜੀ। ਆ ਆਪਣੇ ਕੋਲੇ ਕੀ ਹੈ, ਅਲਾਉਦੀਨ ਖਿਲਜੀ। ਆ ਦੋਨੇ ਆਪਣੇ ਕੋਲ ਅਲਾਉਦੀਨ ਖਿਲਜੀ ਨੇ, ਜਿਨ੍ਹਾਂ ਬਾਰੇ ਆਪਾਂ ਅੱਜ ਗੱਲ ਕਰਾਂਗੇ। ਠੀਕ ਹੈ ਜੀ। ਸੋ ਅਲਾਉਦੀਨ ਖਿਲਜੀ 1296 ਤੱਕ 1316 ਤੱਕ ਰਿਹਾ। ਠੀਕ ਹੈ ਜੀ। ਤੁਹਾਨੂੰ ਪਤਾ ਹੈ ਕਿ 1290 ਦੇ ਵਿੱਚ ਆਪਣੇ ਕੋਲੇ ਖਿਲਜੀ ਡਾਇਨੈਸਟੀ ਸ਼ੁਰੂ ਹੋਈ ਸੀ, ਜਿਹੜੀ ਕਿਹਨੇ ਕੀਤੀ ਸੀ, ਜਲਾਲੂਦੀਨ ਫਿਰੋਜ਼ ਖਿਲਜੀ ਨੇ ਸ਼ੁਰੂ ਕੀਤੀ ਸੀ। ਤੇ 1296 ਦੇ ਵਿੱਚ ਜਿਹੜਾ ਆਪਣੇ ਕੋਲੇ ਅਲਾਉਦੀਨ ਖਿਲਜੀ ਸੀਗਾ, ਇਹਨੇ ਜਲਾਲੂਦੀਨ ਖਿਲਜੀ ਨੂੰ ਮਾਰ ਕੇ ਤਖਤ ਤੇ ਆਪਣਾ ਕਬਜ਼ਾ ਕਰ ਲਿਆ ਸੀ। ਕਹਿੰਦੇ ਨੇ ਕਲਾਨੌਰ ਦੇ ਵਿੱਚ। ਠੀਕ ਹੈ, ਕਲਾਨੌਰ ਨਹੀਂ, ਮਾਨਿਕਪੁਰ, ਕੜਾ ਮਾਨਿਕਪੁਰ ਦੇ ਵਿੱਚ ਜਦੋਂ ਇਹਨੇ ਫਿਰੋਜ਼ ਸ਼ਾਹ ਤੁਗਲਕ ਨੂੰ ਮਾਰਤਾ, ਤਾਂ ਕੜਾ ਮਾਨਿਕਪੁਰ ਤੋਂ ਲੈ ਕੇ ਦਿੱਲੀ ਦੇ ਰਸਤੇ ਤੱਕ ਇਹ ਪੂਰੀ ਆਪਣੀ ਜਾਇਦਾਦ ਲਟਾਉਂਦਾ ਗਿਆ ਸੀ। ਪੂਰੀ ਦੀ ਪੂਰੀ ਜਾਇਦਾਦ ਇਹ ਕੀ ਕਰਦਾ ਗਿਆ, ਲਟਾਉਂਦਾ ਗਿਆ। ਇੱਕ ਤਰੀਕੇ ਨਾਲ ਸ਼ਕਤੀ ਪ੍ਰਦਰਸ਼ਨ ਕਰਦਾ ਗਿਆ ਸੀ। ਠੀਕ ਹੈ ਜੀ। ਇਹ ਨੈਫਿਊ, ਭਤੀਜਾ ਸੀ ਤੇ ਜਮਾਈ ਸੀ ਕਿਹਦਾ, ਫਿਰੋਜ਼ ਖਿਲਜੀ ਦਾ, ਜਿਹਨੂੰ ਇਹਨੇ ਮਾਰਤਾ ਸੀ। ਹੀ ਵਾਜ਼ ਐਲਡੈਸਟ ਸਨ ਆਫ ਸ਼ਹਾਬੂਦੀਨ ਮਸੂਦ। ਇਹ ਸ਼ਹਾਬਉਦੀਨ ਮਸੂਦ ਦਾ ਵੱਡਾ ਮੁੰਡਾ ਸੀ, ਮਤਲਬ ਸ਼ਹਾਬੂਦੀਨ ਇਹਦਾ ਪਿਤਾ ਸੀ। ਪੇਪਰ 'ਚ ਕਿਤੇ ਵੀ ਇਹਦੇ ਬਾਰੇ ਨਹੀਂ ਪੁੱਛਿਆ ਜਾਂਦਾ। ਆ ਜ਼ਰੂਰ ਪੁੱਛਿਆ ਜਾਂਦਾ ਹੈ ਕਿ ਇਹਦਾ ਓਰੀਜਨਲ ਨਾਮ ਕੀ ਸੀ। ਇਹਦਾ ਅਸਲੀ ਨਾਮ ਕੀ ਸੀ, ਅਲੀ ਗੁਰਸ਼ਪ। ਇਹਦਾ ਅਸਲੀ ਨਾਮ ਕੀ ਸੀ, ਅਲੀ ਗੁਰਸ਼ਪ। ਹੀ ਗॉट ਔਰ ਟਾਈਟਲ, ਇਹਨੇ ਇੱਕ ਟਾਈਟਲ ਜਾਂ ਇਹ ਕਹਿ ਲਓ ਪੋਸਟ ਲਈ ਸੀ, ਕਿਹੜੀ, ਅਮੀਰੇ ਤੁਜ਼ੁਕ ਬਾਏ ਫਿਰੋਜ਼ ਸ਼ਾਹ ਤੁਗਲਕ ਤੋਂ, ਮਤਲਬ ਕਿ ਮਾਸਟਰ ਆਫ ਸੈਰੇਮਨੀ। ਤਾਂ ਪੇਪਰ 'ਚ ਜੇ ਆ ਜਾਏ ਕਿ ਫਿਰੋਜ਼ ਸ਼ਾਹ ਤੁਗਲਕ ਨੇ ਇਹਨੂੰ ਕਿਹੜੀ ਪੋਸਟ ਆਫਰ ਕੀਤੀ ਸੀ, ਜਾਂ ਉਹ ਪੋਸਟ ਦਾ ਐਜ਼ ਅ ਟਾਈਟਲ ਇਹਨੂੰ ਕੀ ਨਾਮ ਮਿਲਿਆ ਸੀ, ਆਮਿਰ ਏ ਤੁਜ਼ਕ। ਮਾਸਟਰ ਆਫ ਸੈਰੇਮਨੀ ਦਾ ਮਤਲਬ ਕੀ ਹੁੰਦਾ ਹੈ ਕਿ ਕੋਈ ਵੀ ਫੰਕਸ਼ਨ, ਜਦੋਂ ਕੋਈ ਵੀ ਫੰਕਸ਼ਨ ਹੁੰਦਾ ਸੀ ਤਾਂ ਉਹਦੀ ਸਾਰੇ ਅਰੇਂਜਮੈਂਟ ਕੌਣ ਕਰਵਾਉਂਦਾ ਸੀ, ਆਪਣੇ ਕੋਲੇ ਅਲਾਉਦੀਨ ਖਿਲਜੀ ਕਰਵਾਉਂਦਾ ਸੀ। ਉਸ ਤੋਂ ਬਾਅਦ ਇਹਨੂੰ ਇੱਕ ਹੋਰ ਟਾਈਟਲ ਮਿਲਿਆ ਜਿਹਦਾ ਨਾਮ ਕੀ ਸੀ, ਯਾਮਿਨੇ ਉਲ ਖਿਲਾਫਤ, ਮਤਲਬ ਖਲੀਫਾ ਦਾ ਰਾਈਟ ਹੈਂਡ। ਇੱਕ ਗੱਲ ਬੜੇ ਧਿਆਨ ਨਾਲ ਦੇਖਿਓ, ਇਹਨੇ ਖਲੀਫਾ ਤੋਂ ਕਦੇ ਵੀ ਆਫੀਸ਼ੀਅਲ ਟਾਈਟਲ ਨਹੀਂ ਲਿਆ। ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਐਬਕ ਨੇ ਆਫੀਸ਼ੀਅਲ ਟਾਈਟਲ ਨਹੀਂ ਲਿਆ, ਤਾਂ ਕਰਕੇ ਉਹਨੇ ਆਪਣੇ ਆਪ ਨੂੰ ਕਦੇ ਸੁਲਤਾਨ ਮੰਨਿਆ ਵੀ ਨਹੀਂ। ਇਹ ਆਪਣੇ ਆਪ ਨੂੰ ਸੁਲਤਾਨ ਤਾਂ ਮੰਨਦਾ ਸੀ, ਪਰ ਇਹਨੇ ਕਦੇ ਵੀ ਆਫੀਸ਼ੀਅਲ ਲਿਖਵਾ ਕੇ ਨਹੀਂ ਲਿਆ ਆਪਣੇ ਕੋਲ ਖਲੀਫਾ ਤੋਂ। ਤੇ ਇਹ ਆਪਣੇ ਆਪ ਨੂੰ ਕੀ ਕਹਿੰਦਾ ਸੀ, ਮੈਂ ਖਲੀਫਾ ਦਾ ਇੱਕ ਤਰੀਕੇ ਨਾਲ ਸੱਜਾ ਹੱਥ ਹਾਂ, ਮਤਲਬ ਖਲੀਫਾ ਦਾ ਮੋਸਟ ਇੰਪੋਰਟੈਂਟ ਬੰਦਾ ਮੈਂ। ਹੀ ਗॉट टाइटल अमीर अल मुमिन। ठीक है, अमीर अल मुमिन ने टाइटल लिया। ਇਹਦਾ ਮਤਲਬ ਕਿਸੇ ਸੁਪਰੀਮ ਲੀਡਰ ਆਫ ਐਨ ਇਸਲਾਮਿਕ ਕਮਿਊਨਿਟੀ। ਵੀ ਪੂਰੀ ਇਸਲਾਮਿਕ ਕਮਿਊਨਿਟੀ ਦਾ ਮੈਂ ਇੱਕ ਸੁਪਰੀਮ ਲੀਡਰ ਹਾਂ। ਇਹ ਪੂਰੇ ਦੇ ਪੂਰੇ, ਮਤਲਬ ਜਿਹੜੇ ਜਿਵੇਂ ਕਹਿੰਦੇ ਨੇ ਇਸਲਾਮ 'ਚ ਦਾਰੂ ਬੈਨ ਹੈ, ਤਾਂ ਇਹਨੇ ਆਪਣੇ ਰਾਜਕਾਜ ਦੇ ਵਿੱਚ ਦਾਰੂ ਨਹੀਂ ਚਲਾਈ। ਇਸਲਾਮ 'ਚ ਔਰਤ ਦੀ ਜਿਹੜੀ ਪਰਦਾ ਪ੍ਰਥਾ, ਉਹਦੀ ਮਰਿਆਦਾ ਰੱਖਣੀ ਪੈਂਦੀ ਹੈ। ਸੋ ਇਹਨੇ ਆਪਣੇ ਦਰਬਾਰ ਦੇ ਵਿੱਚ ਔਰਤਾਂ ਦਾ ਨੱਚਣਾ ਬੰਦ ਕਰਤਾ ਸੀ। ਠੀਕ ਹੈ ਜੀ। ਸੋ ਇਹਨੇ ਇੱਕ ਸਿਕੰਦਰ ਸਾਨੀ ਜਾਂ ਸਿਕੰਦਰ ਸੈਕਿੰਡ ਨਾਮ ਦੀ ਉਪਾਧੀ ਵੀ ਲਈ। ਕਹਿੰਦੇ ਨੇ ਜਦੋਂ ਇਹ ਭਾਰਤ ਨੂੰ ਜਿੱਤਣ ਗਿਆ ਤਾਂ ਇਹ ਪਹਿਲਾ ਰਾਜਾ ਸੀ ਜਿਹੜਾ ਸਾਊਥ ਵਾਲੇ ਪਾਸੇ ਵੀ ਗਿਆ। ਤਾਂ ਇਹ ਇਸਲਾਮਿਕ ਕੰਟਰੀ ਦਾ, ਇਸਲਾਮਿਕ ਜਿਹੜੇ ਆਪਣੇ ਕੋਲ ਰਾਜੇ ਹੋਏ ਨੇ, ਉਹਦੇ ਵਿੱਚ ਪਹਿਲਾ ਰਾਜਾ ਸੀ ਜੋ ਸਾਊਥ ਵਾਲੇ ਪਾਸੇ ਵੀ ਗਿਆ। ਤਾਂ ਜਦੋਂ ਸਾਊਥ ਵਾਲੇ ਪਾਸੇ ਲਗਭਗ ਜਿੱਤ ਗਿਆ ਸਾਰਾ ਕੁਝ, ਤਾਂ ਇਹਨੇ ਆਪਣੇ ਆਪ ਨੂੰ ਸਿਕੰਦਰ ਸੈਕਿੰਡ ਦੀ ਉਪਾਧੀ ਦੇਤੀ। ਤੇ ਇਹਨੇ ਸਿਕੰਦਰ ਸੈਕਿੰਡ ਦੇ ਨਾਮ ਤੇ ਕੋਇਨ ਵੀ ਜਾਰੀ ਕੀਤੇ, ਸਿੱਕੇ ਵੀ ਇਹਨੇ ਕੀ ਕਰਤੇ ਸੀ, ਜਾਰੀ ਕਰਤੇ ਸੀ। ਇਹਦਾ ਕੋਰੋਨੇਸ਼ਨ ਹੁੰਦਾ ਮਤਲਬ ਰਾਜ ਤਿਲਕ ਕਿੱਥੇ ਹੋਇਆ ਸੀ, ਲਾਲ ਮਹਿਲ ਦੇ ਵਿੱਚ ਹੋਇਆ ਸੀ। ਤੇ ਜੇ ਇਹ ਲਾਲ ਮਹਿਲ ਸੀ, ਇਹ ਕਿੱਥੇ ਸੀਗਾ, ਯਮੁਨਾ ਦੇ ਕੰਢੇ ਤੇ। ਯਮੁਨਾ ਦੇ ਕੰਢੇ ਤੇ ਸੀ, ਮਤਲਬ ਕਿ ਇਹ ਦਿੱਲੀ ਦੇ ਵਿੱਚ ਸੀਗਾ। ਠੀਕ ਹੈ, ਦਿੱਲੀ ਦੇ ਵਿੱਚ ਸੀਗਾ ਲਾਲ ਮਹਿਲ। ਕਿਨੇ ਬਣਵਾਇਆ ਸੀਗਾ ਇਹ, ਆਪਣੇ ਕੋਲੇ ਬਲਬਨ ਨੇ। ਠੀਕ ਹੈ, ਇਹਦੀਆਂ ਜ਼ਿਆਦਾਤਰ ਆਦਤਾਂ ਬਲਬਨ ਨਾਲ ਮਿਲਦੀਆਂ ਸੀ। ਇਹ ਪਹਿਲਾ ਸੁਲਤਾਨ ਸੀ ਜਿਹਨੇ ਇੱਕ ਸਟੈਂਡਿੰਗ ਆਰਮੀ ਰੱਖੀ ਸੀ, ਲਗਭਗ 1 ਲੱਖ ਸਟੈਂਡਿੰਗ ਆਰਮੀ। ਹੁਣ ਤੱਕ ਕੀ ਹੁੰਦਾ ਸੀ, ਲੜਾਈ ਲੱਗੀ ਆਰਮੀ ਲਿਆਓ। ਠੀਕ ਹੈ, ਬਲਬਨ ਨੇ ਕੀ ਕੀਤਾ, ਜਿਹੜੇ ਮਤਲਬ ਪੂਰੇ ਉਹ ਹੁੰਦੇ ਸੀਗੇ ਵੀ ਆਪਣੇ ਕੋਲੇ ਵੀ ਐਲੀਜੀਬਿਲਟੀ ਕ੍ਰਾਈਟੇਰੀਆ ਰੱਖਿਆ ਉਹਨੇ ਆਰਮੀ ਨੂੰ ਲਈ, ਵੀ ਯੂਜ਼ ਤਾਂ ਉਹ ਵੀ ਲੜਾਈ ਵੇਲੇ ਕਰਦਾ ਸੀ, ਪਰ ਉਹ ਪਹਿਲਾਂ ਤੋਂ ਹੀ ਕਰਕੇ ਇੱਕ ਐਲੀਜੀਬਿਲਟੀ ਰੱਖਦਾ ਸੀ ਵੀ ਇਹ ਬੰਦੇ ਆਰਮੀ ਦੇ ਵਿੱਚ ਭਰਤੀ ਹੋ ਸਕਦੇ ਨੇ। ਕੋਈ ਫਿਜ਼ੀਕਲ ਟੈਸਟ ਜਾਂ ਕੋਈ ਪੜ੍ਹਾਈ ਲਿਖੇ ਵਾਲਾ ਟੈਸਟ ਉਹ ਲੈ ਕੇ ਰੱਖਦਾ ਸੀ। ਤੇ ਇਹ ਸਟੈਂਡਿੰਗ ਰੱਖਦਾ ਸੀ। ਸਟੈਂਡਿੰਗ ਦਾ ਮਤਲਬ ਕੀ ਹੈ, ਇਹਦਾ ਮੇਨ ਕੰਮ ਹੀ ਇਹ ਸੀ, ਇਹਨੇ 1 ਲੱਖ ਬੰਦਾ ਸਿਰਫ ਲੜਨ ਲਈ ਰੱਖਿਆ ਸੀਗਾ, ਵੀ ਜੰਗ ਲੱਗੇ ਨਾ ਲੱਗੇ ਤੁਸੀਂ ਹਮੇਸ਼ਾ ਤਿਆਰ ਰਹਿਣਾ। ਤਾਂ ਇਹਨੇ ਇੱਕ ਸਟੈਂਡਿੰਗ ਆਰਮੀ ਰੱਖੀ ਲਗਭਗ 1 ਲੱਖ ਦੀ, ਤੇ ਹਰੇਕ ਨੂੰ ਕੈਸ਼ ਪੇਮੈਂਟ ਕਰਦਾ ਸੀ। ਇਹ ਤੋਂ ਪਹਿਲਾਂ ਕੀ ਹੁੰਦਾ ਸੀ, ਇਕਤਾਦਾਰੀ ਸਿਸਟਮ, ਵੀ ਜਿਹੜਾ ਜਿੰਨਾ ਜਿੱਤ ਕੇ ਲੈ ਕੇ ਆਊਗਾ ਉੱਥੇ ਦਾ ਇਕਤਾਦਾਰ ਬਣਾ ਦੂਗਾ, ਤੇ ਜਿਹੜਾ ਇਕਤਾਦਾਰ ਸੀਗਾ ਉਹ ਫਿਰ ਪੈਸੇ ਇਕੱਠੇ ਕਰਕੇ ਰਾਜੇ ਨੂੰ ਦਿਆ ਕਰੂਗਾ। ਸੋ ਇਹਨੇ ਇਕਤਾਦਾਰੀ ਪ੍ਰਥਾ ਨੂੰ ਕੀ ਕਰਤਾ ਸੀ,
ਖਤਮ ਕਰਤਾ ਸੀ। ਜੋਧਪੁਰ ਇਨਸਕ੍ਰਿਪਸ਼ਨ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਲਿਖਿਆ ਹੋਇਆ ਮਿਲਦਾ ਹੈ ਕਿ ਹੀ ਹੈਜ਼ ਬੀਨ ਕੰਪੇਅਰਡ ਟੂ ਗੋਡ, ਵੀ ਇਹਨੂੰ ਕਿਹਦੇ ਨਾਲ ਕੰਪੇਅਰ ਕੀਤਾ ਜਾਂਦਾ ਹੈ, ਖੁਦਾ ਦੇ ਨਾਲ ਜਾਂ ਅੱਲਾ ਦੇ ਨਾਲ। ਆ ਇਨਸਕ੍ਰਿਪਸ਼ਨ ਹੁੰਦੀਆਂ ਨੇ ਜਿਵੇਂ ਪੱਥਰ ਦੇ ਉੱਤੇ ਕੁਝ ਲਿਖਿਆ ਹੁੰਦਾ ਨਾ, ਉਹਨੂੰ ਆਪਾਂ ਕੀ ਕਹਿੰਦੇ ਆ, ਇਨਸਕ੍ਰਿਪਸ਼ਨਸ। ਤਾਂ ਜੋਧਪੁਰ ਦੀ ਜਿਹੜੀਆਂ ਇਨਸਕ੍ਰਿਪਸ਼ਨਸ ਨੇ ਉੱਥੇ ਸੰਸਕ੍ਰਿਤ ਦੇ ਵਿੱਚ ਲਿਖਿਆ ਹੋਇਆ ਮਿਲਿਆ ਵੀ ਇਹਨੂੰ ਰੱਬ ਨਾਲ ਕੰਪੇਅਰ ਕੀਤਾ ਗਿਆ। ਹੁਣ ਇਹਨੇ ਆਪ ਲਿਖਿਆ, ਇਹਨੇ ਕਿਸੇ ਤੋਂ ਲਿਖਵਾਇਆ, ਇਹ ਤੋਂ ਬਾਅਦ ਕਿਸੇ ਨੇ ਲਿਖਿਆ, ਉਹ ਆਪਾਂ ਨੂੰ ਨਹੀਂ ਪਤਾ ਲੱਗਦਾ। ਪਹਿਲਾ ਸੁਲਤਾਨ ਹੋਇਆ ਜਿਹਨੇ ਐਕਸਪੈਂਡ ਕੀਤਾ ਆਪਣਾ ਰੀਜਨ ਨਾਰਥ ਤੋਂ ਲੈ ਕੇ ਸਾਊਥ ਤੱਕ। ਤਾਂ ਪਹਿਲਾ ਰਾਜਾ ਹੋਇਆ ਜਿਹਨੇ ਨਾਰਥ ਤੋਂ ਸਾਊਥ ਤੱਕ ਆਪਣਾ ਐਕਸਪੈਂਸ਼ਨ ਕੀਤੀ ਹੈ। ਅਲਾਉਦੀਨ ਪ੍ਰੋਹਿਬਿਟਡ ਅਲਕੋਹਲ ਡਰਗ ਇਨ ਹਿਸ ਕੋਰਟ, ਇਹਨੇ ਅਲਕੋਹਲ ਤੇ ਡਰਗ ਨੂੰ ਕੀ ਕਰਤਾ ਸੀ, ਦੇਖੋ ਅਲਕੋਹਲ ਨੂੰ ਤੇ ਡਰਗ ਨੂੰ ਕੀ ਕਰਤਾ ਸੀ, ਆਪਣੇ ਕੋਰਟ ਦੇ ਵਿੱਚ ਬੈਨ ਕਰਤਾ ਸੀ। ਇਹਨੇ ਕਿਸੇ ਵੀ ਪ੍ਰਕਾਰ ਦੇ ਵੈਸ਼ਿਆ ਧੰਦੇ ਨੂੰ ਜਾਂ ਪ੍ਰੋਸਟੀਟਿਊਸ਼ਨ ਨੂੰ ਕੀ ਕਰਤਾ ਸੀ, ਖਤਮ ਕਰਤਾ ਸੀ। ਇਹਨੇ ਸੋਸ਼ਲ ਗੈਦਰਿੰਗ ਅਲਾਉ ਨਹੀਂ ਕੀਤੀ, ਮਤਲਬ ਕਿਸੇ ਸੋਸ਼ਲ ਗੈਦਰਿੰਗ ਕੀ ਹੁੰਦਾ ਹੈ, ਜਿਵੇਂ ਤੇ ਤੁਸੀਂ ਜੇ ਕਿਸੇ ਕੰਪਨੀ ਦੇ ਵਿੱਚ ਹੋ ਤਾਂ ਉੱਥੇ ਕੀ ਕਹਿੰਦੇ ਨੇ ਕਿ ਆਪਸ ਦੇ ਵਿੱਚ ਪਿਆਰ ਨਹੀਂ ਵਧਾਉਣਾ, ਕਿਉਂਕਿ ਤੁਸੀਂ ਉਹਦੇ ਖਿਲਾਫ ਰਿਵੋਲਟ ਕਰ ਸਕਦੇ ਹੋ ਕਿਸੇ ਵੀ ਪ੍ਰਕਾਰ ਦਾ। ਸੋ ਤਾਂ ਕਰਕੇ ਇਹਨੇ ਸੋਸ਼ਲ ਗੈਦਰਿੰਗ ਬੰਦ ਕਰਤੀ ਸੀ। ਇਹਦੀ ਪਰਮਿਸ਼ਨ ਤੋਂ ਬਿਨਾ ਕੋਈ ਵੀ ਬੰਦਾ ਇੰਟਰਕਾਸਟ ਮੈਰਿਜ ਨਹੀਂ ਕਰ ਸਕਦਾ ਸੀ, ਠੀਕ ਹੈ ਜੀ। ਸੋ ਨਾ ਤਾਂ ਇੰਟਰਕਾਸਟ ਮੈਰਿਜ ਕਰਦਾ ਸੀ, ਨਾ ਇਹਦੀ ਪਰਮਿਸ਼ਨ ਤੋਂ ਬਿਨਾ ਸੋਸ਼ਲ ਗੈਦਰਿੰਗ ਹੋ ਸਕਦੀ ਸੀ। ਹੀ ਵਾਸ ਫਸਟ ਸੁਲਤਾਨ ਹੂ ਸੈਪਰੇਟਡ ਪੋਲਿਟਿਕਸ ਫਰੋਮ ਰਿਲੀਜਨ, ਐਨੇ ਰਿਲੀਜਨ ਕੀ ਹੁੰਦਾ, ਮਤਲਬ ਕੀ ਹੁੰਦਾ ਨੇ ਕਿ ਧਾਰਮਿਕ ਕਾਰਿਆਂ ਨੂੰ, ਵੀ ਜਿਹੜੇ ਧਾਰਮਿਕ ਕੰਮ ਨੇ ਉਹਨੂੰ ਆਪਣੇ ਕੋਲੇ ਰਾਜਨੀਤੀ ਤੋਂ ਅਲੱਗ ਕੀਤਾ। ਇਹਨੂੰ ਪਤਾ ਸੀ ਕਿਉਂਕਿ ਜੇ ਮੈਨੇ ਕਹਿੰਦਾ ਇਕੱਠੇ ਕਰਤਾ ਤਾਂ ਮੇਰਾ ਰਾਜ ਨਹੀਂ ਚੱਲਣਾ। ਬਹੁਤ ਹੀ ਕੁਸ਼ਲ ਸ਼ਾਸਕ ਮੰਨਿਆ ਗਿਆ ਹੈ ਇੱਕ ਤਰੀਕੇ ਨਾਲ। ਸੋ ਇਹਨੇ ਰਾਜਨੀਤੀ ਨੂੰ ਕਿਹਦੇ ਵਿੱਚੋਂ ਖਤਮ ਕਰਤਾ ਸੀ, ਪੋਲਿਟਿਕਸ ਨੂੰ ਤੇ ਰਾਜਨੀਤੀ ਨੂੰ ਅਲੱਗ-ਅਲੱਗ ਕਰਤਾ ਸੀ। ਇਹਨੇ ਅਲਕੋਹਲ ਤੇ ਪ੍ਰੋਸਟੀਟਿਊਸ਼ਨ 'ਚ ਬੈਨ ਕਰਾਤਾ। ਇਹਨੇ ਕੁਝ ਚੀਜ਼ਾਂ ਬਣਵਾਈਆਂ ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਕੀ ਸੀ, ਅਲਾਈ ਮੀਨਾਰ। ਇਹਨੇ ਕੀ ਬਣਾਇਆ, ਅਲਾਈ ਮੀਨਾਰ ਬਣਾਇਆ। ਜਿਹੜੀ ਆ ਆਪਣੇ ਕੋਲ ਹੈ ਅਲਾਈ ਮੀਨਾਰ ਹੈ, ਕੁਤਬ ਮੀਨਾਰ ਦੇ ਬਿਲਕੁਲ ਨਾਲ ਹੈ। ਜੇ ਇਹ ਜਦੋਂ ਇਹਨੇ ਦੇਖਿਆ ਕੁਤਬ ਮੀਨਾਰ ਐਡਾ ਵੱਡਾ ਹੈ, ਇਹਨੇ ਸੋਚਿਆ ਵੀ ਮੈਂ ਇਹ ਤੋਂ ਦੁੱਗਣੀ ਬਿਲਡਿੰਗ ਬਣਾਉਂਗਾ। ਤੇ ਇਹਨੇ ਆ ਮੀਨਾਰ ਬਣਾਉਣੀ ਸ਼ੁਰੂ ਤਾਂ ਕੀਤੀ ਪਰ ਇਹਨੂੰ ਖਤਮ ਨਹੀਂ ਕਰ ਪਾਇਆ। ਤੇ ਉਦੋਂ ਬਾਅਦ ਆਉਣ ਵਾਲੇ ਰਾਜੇ ਨੇ ਕਿਸੇ ਨੇ ਵੀ ਇਹਨੂੰ ਖਤਮ ਨਹੀਂ ਕਰਵਾਇਆ ਤੇ ਅੱਧੀ ਦੀ ਅੱਧੀ ਹੀ ਰਹਿ ਗਈ। ਇਹਨੂੰ ਕੀ ਕਹਿੰਦੇ ਨੇ, ਅਲਾਈ ਮੀਨਾਰ। ਇਹਨੇ ਹੌਜ ਖਾਸ ਪੌਂਡ, ਪੌਂਡ ਦਾ ਮਤਲਬ ਇੱਕ ਤਰੀਕੇ ਨਾਲ ਲੇਕ ਹੁੰਦੀ ਹੈ, ਤਾਂ ਹੌਜ ਖਾਸ ਪੌਂਡ ਕਿਹਨੇ ਬਣਵਾਈ ਆਪਣੇ ਕੋਲੇ, ਇਹ ਵੀ ਅਲਾਉਦੀਨ ਖਿਲਜੀ ਨੇ ਬਣਾਈ। ਅਲਾਈ ਦਰਵਾਜ਼ਾ ਬਣਾਇਆ, ਇੱਥੇ ਅਲਾਈ ਦਰਵਾਜ਼ੇ ਦੀ ਫੋਟੋ ਆਈ ਥਿੰਕ ਹੈ ਨਹੀਂ ਗੀ, ਠੀਕ ਹੈ। ਇਹਨੇ ਹੋਰ ਕੀ ਬਣਾਇਆ ਜੀ, ਆਪਣੇ ਕੋਲੇ ਅਲਾਈ ਦਰਵਾਜ਼ਾ ਬਣਾਇਆ ਸੀ। ਜਮਾਤ ਖਾਨਾ ਮੌਸਕ ਬਣਾਈ, ਆ ਕਿਹੜੀ ਹੈ, ਜਮਾਤ ਖਾਨਾ ਮੌਸਕ ਬਣਵਾਈ। ਨਿਜ਼ਾਮੂਦੀਨ ਔਲੀਆ ਨੂੰ ਮੰਨਦਾ ਸੀ, ਉਹਨਾਂ ਦੀ ਇੱਕ ਤਰੀਕੇ ਨਾਲ ਐਜ਼ ਉਹਨਾਂ ਨੂੰ ਟ੍ਰਿਬਿਊਟ ਜਾਂ ਉਹਨਾਂ ਲਈ ਬਣਵਾਈ ਖਿਲਜੀ। ਇਹਨੂੰ ਖਿਲਜੀ ਮੌਸਕ ਵੀ ਕਹਿੰਦੇ ਨੇ। ਮੌਸਕ ਦਾ ਮਤਲਬ ਹੁੰਦਾ ਮਸਜਿਦ, ਮੌਸਕ ਦਾ ਮਤਲਬ ਹੁੰਦਾ ਹੀ ਮਸਜਿਦ। ਇਹਨੇ ਕਾਸਿਰ ਆਈ ਹਜ਼ਰ ਸੁਤੁਨ ਆਇਆ ਦੇ, ਸੁਤੁਨ ਹੈ, ਠੀਕ ਹੈ, ਸੁਤੁਨ ਪੈਲਸ ਬਣਵਾਇਆ। ਕਾਸਿਰ ਆਈ ਹਜ਼ਰ ਸੁਤੁਨ ਪੈਲਸ, ਕਲਾ ਸੁਤੁਨ ਪੈਲਸ ਕਹਿੰਦਾ। ਆ ਦੇਖੋ ਆ ਸੀਗਾ, ਇਹ ਅੱਜ ਕੱਲ ਐਗਜ਼ਿਸਟ ਨਹੀਂ ਕਰਦਾ, ਹੁਣ ਇਹ ਬਿਲਕੁਲ ਖਤਮ ਹੋ ਚੁੱਕਿਆ। ਕਹਿੰਦੇ ਨੇ ਇਹ 'ਚ 1000 ਪਿੱਲਰ ਸੀਗੇ, ਇਹਦੇ ਵਿੱਚ 1000 ਪਿੱਲਰ ਸੀਗੇ। ਇਹਨੇ ਸ਼੍ਰੀਨਗਰ ਜਾਂ ਸ਼੍ਰੀ ਫੋਰਟ ਦੀ, ਜਿਹੜਾ ਸ਼੍ਰੀ ਫੋਰਟ ਸੀਗਾ, ਠੀਕ ਹੈ, ਇਹਨੇ ਆਪਣੀ ਜਿੱਤ ਦੀ ਖੁਸ਼ੀ ਦੇ ਵਿੱਚ ਇੱਕ ਫੋਰਟ ਬਣਵਾਇਆ। ਆ ਕੀ ਆਪਣੇ ਕੋਲੇ ਉਹ ਸ਼੍ਰੀ ਫੋਰਟ ਦੀ ਫੋਟੋ ਹੈ, ਠੀਕ ਹੈ। ਤੇ ਸ਼੍ਰੀਨਗਰ, ਉੱਥੇ ਸ਼੍ਰੀਨਗਰ ਦੇ ਵਿੱਚ ਸ਼੍ਰੀ ਫੋਰਟ ਬਣਵਾਇਆ। ਤੇ ਸ਼੍ਰੀਨਗਰ ਨੂੰ ਬਰਨੀ, ਠੀਕ ਹੈ, ਬਰਨੀ ਇੱਕ ਲੇਖਕ ਹੋਇਆ, ਉਹਨੇ ਸ਼੍ਰੀਨਗਰ ਨੂੰ ਕੀ ਕਿਹਾ ਗਿਆ, ਨਵਨਗਰ ਕਿਹਾ। ਉਸ ਤੋਂ ਬਾਅਦ ਇਹਨੇ ਕੁਝ ਹੋਰ ਕੰਮ ਕੀਤੇ, ਜਿਹਦੇ ਵਿੱਚ ਸਭ ਤੋਂ ਪਹਿਲਾ ਕੰਮ ਆਉਂਦਾ ਦਾਗ ਪ੍ਰਥਾ ਜਾਂ ਦਾਗ ਸਿਸਟਮ। ਕਿਹਨੇ ਸਟਾਰਟ ਕੀਤਾ, ਅਲਾਉਦੀਨ ਖਿਲਜੀ ਨੇ ਕੀਤਾ, ਜਿਹਦੇ ਵਿੱਚ ਹਾਰਸਾਂ ਦੀ ਬ੍ਰਾਂਡਿੰਗ ਕੀਤੀ ਜਾਂਦੀ ਸੀ। ਜਿਵੇਂ ਜਿਹੜਾ ਵਧੀਆ ਘੋੜਾ ਹੈ ਉਹਦੇ ਉੱਤੇ ਕੋਈ ਹੋਰ ਨਿਸ਼ਾਨ ਲਗਾਉਣਾ, ਮਾੜੇ ਘੋੜੇ ਤੇ ਕੋਈ ਹੋਰ ਨਿਸ਼ਾਨ ਲਗਾਉਣਾ। ਤਾਂ ਹਰੇਕ ਘੋੜੇ ਦੇ ਉੱਤੇ ਕੀ ਲਗਾਇਆ ਗਿਆ, ਦਾਗ। ਇੱਕ ਤਰੀਕੇ ਨਾਲ ਘੋੜੇ ਨੂੰ ਪਛਾਣਨ ਦੀ ਵਿਧੀ ਨੂੰ ਆਪਾਂ ਕਹਿ ਸਕਦੇ ਹਾਂ ਦਾਗ ਸਿਸਟਮ। ਅਤੇ ਹੁਲੀਆ ਜਾਂ ਚਿਹਰਾ ਸਿਸਟਮ। ਹੁਲੀਆ ਕਿਹਦੇ ਉੱਤੇ ਲਾਇਆ ਜਾਂਦਾ ਸੀਗਾ, ਜਿਹੜੇ ਕਿ ਮਿਲਟਰੀ ਦੇ ਵਿੱਚ ਸਲੇਵ ਹੁੰਦੇ ਸੀ ਨਾ, ਸਲੇਵ ਇਨ ਦ ਸੈਂਸ ਇੱਕ ਤਰੀਕੇ ਨਾਲ ਆਈ ਕਾਰਡ ਹੁੰਦਾ ਸੀ ਹਰੇਕ ਸੋਲਜਰ ਦੇ। ਜਿਹੜਾ ਸੋਲਜਰ ਹੈ ਉਹਦੇ ਉੱਤੇ ਆਈ ਕਾਰਡ ਲਗਾਇਆ ਜਾਂਦਾ ਸੀ, ਕਿਹੜਾ ਹਾਈ ਕਮਾਂਡ ਦੇ ਉੱਤੇ ਹੈ, ਕਿਹੜਾ ਲੋਅਰ ਕਮਾਂਡ ਦੇ ਉੱਤੇ ਹੈ, ਉਹ ਸਾਰਾ ਕੁਝ ਲਗਾਇਆ ਜਾਂਦਾ ਸੀ। ਤਾਂ ਦਾਗ ਅਤੇ ਹੁਲੀਆ ਕਿਹਨੇ ਸਟਾਰਟ ਕੀਤਾ ਸੀ, ਅਲਾਉਦੀਨ ਖਿਲਜੀ ਨੇ ਸਟਾਰਟ ਕੀਤਾ ਸੀ। 3 ਡਿਫਰੈਂਟ ਕੈਟਾਗਰੀ ਆਫ ਸੋਲਜਰ, ਇਹਨੇ 3 ਤਰੀਕੇ ਦੇ ਸੋਲਜਰ ਬਣਾਏ। ਕਿਹੜੇ, ਇੱਕ ਤਾਂ ਫੁੱਟ ਸੋਲਜਰ, ਜਿਹੜਾ ਕੀ ਸੀਗਾ ਆਪਣੇ ਕੋਲੇ ਪੈਦਲ ਤੁਰਦਾ ਸੀ। ਇੱਕ ਜਿਹੜਾ ਕਿ ਜਿਹਦੇ ਕੋਲੇ ਸਿਰਫ ਇੱਕ ਘੋੜਾ ਹੁੰਦਾ ਸੀਗਾ, ਉਹਨੂੰ ਕਹਿੰਦੇ ਸੀ ਇੱਕ ਸਪਾ। ਜਿਹਦੇ ਕੋਲੇ 2 ਘੋੜੇ ਹੁੰਦੇ ਸੀ ਉਹਨੂੰ ਆਪਾਂ ਕਹਿੰਦੇ ਸੀ 2 ਅਸਪਾ। 2 ਅਸਪਾ, ਇੱਕ ਸਪਾ ਜਾਂ ਫੁੱਟ ਸੋਲਜਰ। 3 ਤਰੀਕੇ ਦੇ ਸੋਲਜਰ ਇਹਨੇ ਆਪਣੀ ਆਰਮੀ ਦੇ ਵਿੱਚ ਬਣਾਏ ਸੀ। ਇਹਨੇ ਸਭ ਤੋਂ ਪਹਿਲਾਂ ਲੈਂਡ ਮੇਜ਼ਰਮੈਂਟ ਸ਼ੁਰੂ ਕਰਵਾਈ। ਇਹਨੇ ਭਾਰਤ ਦੇ ਵਿੱਚ ਲੈਂਡ ਮੇਜ਼ਰਮੈਂਟ ਸ਼ੁਰੂ ਕਰਵਾਈ, ਜਿਹਦੇ ਵਿੱਚ ਬਿਸਵਾ ਜਿਹੜਾ ਹੈਗਾ ਉਹਨੂੰ ਆਪਾਂ ਅੱਜ ਕੱਲ ਵੀ ਕਹਿੰਦੇ ਆ ਬਿਸਵਾ। ਜਿਹੜਾ ਆਪਾਂ ਬਿਸਵਾ ਮਾਪਦਾ, ਇੱਕ ਬਿਸਵੇ 2 ਵਿਸਵੇ, ਉਹਦੇ ਵਿੱਚ ਆਉਂਦਾ। ਅੱਗੇ ਆਪਣੇ ਕੋਲੇ ਕੀ ਸੀ, ਰੀਕੋਲੈਕਟਡ ਦਾ ਲੈਂਡ ਵਿਚ ਇਜ਼ ਡੋਨੇਟਡ ਔਰ ਐਜ਼ ਗਿਫਟ। ਇਹਨੇ ਉਹ ਸਾਰੀ ਦੀ ਸਾਰੀ ਜ਼ਮੀਨ ਆਪਣੇ ਕਬਜ਼ੇ ਦੇ ਵਿੱਚ ਕਰ ਲਈ, ਜਿਹੜੀ ਕਿ ਕਿਸੇ ਨੂੰ ਜਾਂ ਤਾਂ ਐਜ਼ ਅ ਦਾਨ ਦਿੱਤੀ ਗਈ ਸੀ ਜਾਂ ਕਿਸੇ ਨੂੰ ਐਜ਼ ਅ ਗਿਫਟ ਦਿੱਤੀ ਗਈ ਸੀ ਪਿਛਲੇ ਰਾਜਿਆਂ ਦੁਆਰਾ। ਇਹਨੇ ਉਹ ਸਾਰੀ ਕੀ ਕਰ ਲਈ, ਜ਼ਬਤ ਕਰ ਲਈ। ਇਹਨੇ 30 ਫਰੂਟ ਗਾਰਡਨ ਬਣਾਏ, ਠੀਕ ਹੈ। ਇਹਨੇ 30 ਸੇਬਾਂ ਦੇ ਜਾਂ ਮਤਲਬ ਫਰੂਟਾਂ ਦੇ ਬਾਗ ਲਗਵਾਏ, ਠੀਕ ਹੈ। ਹੀ ਆਲਸੋ ਟੁਕ ਹਾਫ ਪੇਮੈਂਟ ਆਫ ਦਾ ਪ੍ਰੋਡਕਸ਼ਨ ਆਫ ਐਜ਼ ਟੈਕਸ। ਇਹਨੇ ਹਜੇ ਵੀ ਮਤਲਬ ਕੀ ਹੈ, ਇਹ ਲੋਕਾਂ ਤੋਂ ਅੱਧੀ ਉਹ ਲੈਂਦਾ ਸੀਗਾ, ਠੀਕ ਹੈ।
ਜਿੰਨੀ ਇਹਨਾਂ ਦੀ ਫਸਲ ਦੀ ਵਿਕਰੀ ਹੋਊਗੀ ਉਹਦਾ ਅੱਧਾ ਐਜ਼ ਇਹ ਟੈਕਸ ਹਜੇ ਵੀ ਲੈਂਦਾ ਸੀ। ਪਰ ਇਸ ਟਾਈਮ ਦੇ ਉੱਤੇ ਕਹਿੰਦੇ ਨੇ ਕਿ ਇਹਦਾ ਜਿਹੜਾ ਬਾਜ਼ਾਰ ਸਿਸਟਮ ਸੀਗਾ, ਠੀਕ ਹੈ, ਮਾਰਕੀਟ ਪਾਲਿਸੀ ਸੀਗੀਆਂ, ਉਹ ਇੰਨੀ ਵਧੀਆ ਸੀਗੀਆਂ ਵੀ ਇਹਦੇ ਵਿੱਚ ਕਦੇ ਵੀ ਮਾਰਕੀਟ ਦੇ ਵਿੱਚ ਕੋਈ ਇਹੋ ਜਿਹਾ ਉਤਾਰ ਚੜਾਵ ਨਹੀਂ ਆਇਆ। ਜਦ ਕਿ ਇਹਨੇ ਅੱਧਾ ਟੈਕਸ ਲੈ ਰੱਖਿਆ ਸੀ। ਲੋਕ ਜੇ 100 ਰੁਪਏ ਕਮਾਉਂਦੇ ਨੇ 50 ਰੁਪਏ ਇਹਨੂੰ ਦਿੰਦੇ ਸੀ, ਪਰ ਇਹਦੀ ਮਾਰਕੀਟ ਪਾਲਿਸੀ ਇੰਨੀ ਵਧੀਆ ਸੀ, ਇੰਨੇ ਸਸਤੇ ਰੇਟ ਦੇ ਉੱਤੇ ਸਮਾਨ ਮਿਲਦਾ ਸੀ ਕਿ ਲੋਕਾਂ ਨੂੰ ਮਤਲਬ ਔਖਾ ਨਹੀਂ ਲੱਗਦਾ ਸੀਗਾ। ਇਹ ਇਤਿਹਾਸਕਾਰ ਮੰਨਦੇ ਨੇ। ਨਾਟ ਟੇਕਨ ਆਫੀਸ਼ੀਅਲ ਪਰਮਿਸ਼ਨ ਫਰੋਮ ਖਲੀਫਾ, ਖਲੀਫਾ ਤੋਂ ਇਹਨੇ ਆਫੀਸ਼ੀਅਲ ਟਾਈਟਲ ਨਹੀਂ ਲਿਆ ਸੀ ਸੁਲਤਾਨ ਦਾ, ਠੀਕ ਹੈ ਜੀ। ਇਹਨੇ ਕਿਤੇ ਕਿਤੇ ਮਿਲਦਾ 3 ਮਾਰਕੀਟ, ਕਿਤੇ ਕਿਤੇ ਮਿਲਦਾ 4 ਮਾਰਕੀਟ ਬਣਵਾਈਆਂ। ਪਹਿਲੀ ਕਿਹੜੀ ਸੀ? ਫੂਡ ਮਾਰਕੀਟ, ਦੂਜੀ ਕਲੌਥ ਮਾਰਕੀਟ, ਤੀਜੀ ਸਲੇਵ ਤੇ ਹਾਰਸ ਮਾਰਕੀਟ, ਚੌਥੀ ਮਿਸਲੀਨੀਅਸ। ਦੇਖੋ ਫੂਡ ਮਾਰਕੀਟ ਜਿੱਥੇ ਸਾਰਾ ਰੋਟੀ ਪਾਣੀ ਜੋ ਵੀ ਰਸਤ ਪਾਣੀ ਸੀਗਾ ਉਹ ਸਾਰਾ ਮਿਲਦਾ ਸੀ। ਕਲੌਥ ਮਾਰਕੀਟ ਜਿੱਥੇ ਕੱਪੜੇ ਵਗੈਰਾ ਮਿਲਦੇ ਸੀ। ਸਲੇਵ ਜਾਂ ਹਾਰਸ, ਸਲੇਵ ਮਤਲਬ ਕਿ ਗੁਲਾਮ, ਤੇ ਘੋੜੇ ਉਹ ਖਰੀਦਣ ਵੇਚਣ ਦੀ ਪਰੰਪਰਾ ਵੀ ਚੱਲਦੀ ਸੀ। ਕਹਿੰਦੇ ਨੇ ਇਸ ਟਾਈਮ ਔਰਤਾਂ ਨੂੰ ਵੀ ਐਜ਼ ਅ ਸਲੇਵ ਖਰੀਦਿਆ ਵੇਚਿਆ ਜਾਂਦਾ ਸੀ। ਮਿਸਲੀਨੀਅਸ ਕੀ ਸੀਗਾ? ਜਿਹਦੇ ਵਿੱਚ ਸਾਰਾ ਕੁਝ ਹੁੰਦਾ ਸੀ, ਉਹ ਮਿਸਲੀਨੀਅਸ ਹੁੰਦਾ ਸੀ। ਤੇ ਇਹਨੇ ਬਹੁਤ ਹੀ ਜਿਹੜੇ ਰੇਟ ਸੀ ਨਾ ਖਾਣ ਪੀਣ ਦੀ ਚੀਜ਼ਾਂ ਦੇ, ਉਹ ਬਹੁਤ ਜ਼ਿਆਦਾ ਘਟਾਏ ਹੋਏ ਸੀ। ਇਤਿਹਾਸਕਾਰ ਆਪਣਾ ਆਪਣਾ ਮਤ ਰੱਖਦੇ ਨੇ। ਕਈ ਕਹਿੰਦੇ ਨੇ ਕਿ ਇਹਦੀ ਐਡੀ ਵੱਡੀ ਆਰਮੀ ਸੀ, ਜੇ ਇਹ ਰੇਟ ਵਧਾ ਦਿੰਦਾ ਤਾਂ ਉਹ ਆਰਮੀ ਨੂੰ ਰੋਟੀ ਪਾਣੀ ਦਾ ਜਿਹੜਾ ਖਰਚਾ ਪਾਣੀ ਸੀ ਔਖਾ ਆ ਜਾਂਦਾ, ਤਾਂ ਰੇਟ ਘਟਾਏ ਸੀ। ਕਈ ਕਹਿੰਦੇ ਸੀ ਕਿ ਇਹ ਬੰਦਾ ਹੀ ਇੰਨਾ ਵਧੀਆ ਸੀ ਕਿ ਇਹਨੇ ਸਾਰਾ ਸੋਚ ਵਿਚਾਰ ਕਰਕੇ ਰੇਟ ਘਟਾਏ ਸੀ। ਕਈ ਕਹਿੰਦੇ ਨੇ ਇਹਨੂੰ ਪਤਾ ਘੱਟ ਸੀ ਤਾਂ ਕਰਕੇ ਇਹਨੇ ਵੈਸੇ ਹੀ ਰੇਟ ਘਟਾਤੇ, ਠੀਕ ਹੈ। ਸੋ ਅਲੱਗ-ਅਲੱਗ ਇਤਿਹਾਸਕਾਰਾਂ ਦੇ ਮਤ ਮਿਲਦੇ ਨੇ। ਸਾਹਨਾ ਵਾਜ਼ ਦਾ ਹੈਡ ਆਫ ਦਾ ਮਾਰਕੀਟ ਆਫ ਦਾ ਸਾਹਨਾ ਮੰਡੀ। ਇਹ ਸਾਰੀ ਮੰਡੀਆਂ ਨੂੰ ਕੀ ਕਿਹਾ ਜਾਂਦਾ ਸੀਗਾ? ਸਾਹਨਾ ਹੀ ਮੰਡੀ। ਇਹਦੇ ਹੈਡ ਨੂੰ ਕੀ ਕਿਹਾ ਜਾਂਦਾ ਸੀਗਾ? ਸਾਹਨਾ ਕਿਹਾ ਜਾਂਦਾ ਸੀਗਾ, ਠੀਕ ਹੈ। ਸਟ੍ਰਿਕਟ ਐਕਸ਼ਨ ਔਨ ਹੋਲਡਰਸ, ਇਹਦੇ ਰਾਜ ਦੇ ਵਿੱਚ ਇੱਕ ਹੋਰ ਗੱਲ ਸੀ, ਜਿਵੇਂ ਅੱਜ ਕੱਲ ਕੀ ਹੁੰਦਾ, ਜੇ ਪਿਆਜ਼ ਘਟ ਗਏ, ਰੇਟ ਘਟ ਗਿਆ, ਤਾਂ ਜਿਹੜੇ ਵੱਡੇ ਵੱਡੇ ਹੋਲਡਰ ਨੇ ਉਹ ਕੀ ਕਰਦੇ ਨੇ? ਪਿਆਜ਼ ਨੂੰ, ਸਾਰੇ ਪਿਆਜ਼ ਨੂੰ ਆਪਣੇ ਕੋਲ ਰੱਖ ਲੈਂਦੇ ਨੇ। ਉਹਨਾਂ ਕੋਲ ਜਗ੍ਹਾ ਹੁੰਦੀ ਹੈ ਤੇ ਉਹ ਤੋਂ ਬਾਅਦ ਜਦੋਂ ਪਿਆਜ਼ ਘਟ ਗਿਆ, ਕੀਮਤ ਵੱਧੂਗੀ, ਤਾਂ ਉਹ ਬਾਹਰ ਆਪਣੀ ਮਨਮਰਜ਼ੀ ਦੇ ਕੀਮਤ ਤੇ ਵੇਚਣਗੇ। ਸੋ ਤਾਂ ਕਰਕੇ ਇਹਨੇ ਉਹ ਸਟ੍ਰਿਕਟ ਐਕਸ਼ਨ ਲਿਆ ਸੀ। ਜਿਹੜੇ ਉਹ ਹੋਲਡਰ ਨੇ, ਜਿਹੜੇ ਉਹ ਸਮਾਨ ਨੂੰ ਇਕੱਠਾ ਕਰਕੇ ਰੱਖਦੇ ਨੇ, ਤਾਂ ਇਹਦੇ ਰਾਜ ਦੇ ਵਿੱਚ ਨਾ ਕੋਈ ਵੀ ਬੰਦਾ ਇਹੋ ਜਿਹਾ ਗੁਨਾਹ ਨਹੀਂ ਕਰਦਾ ਸੀ, ਕਿਉਂਕਿ ਉਹਨੂੰ ਪਤਾ ਸੀ ਕਿ ਰਾਜਾ, ਜੇ ਮੈਂ ਗੁਨਾਹ ਕਰਤਾ ਤਾਂ ਰਾਜਾ ਕੀ ਕਰ ਦੂਗਾ? ਮੈਨੂੰ ਕੋਈ ਨਾ ਕੋਈ ਸਜ਼ਾ ਦੇ ਦੂਗਾ, ਠੀਕ ਹੈ ਜੀ। ਸੋ ਅੱਗੇ ਕੀ ਹੋਇਆ ਆਪਣੇ ਕੋਲੇ, ਜੇ ਮੈਂ ਗੱਲ ਕਰਾਂ ਕਿ ਸਟ੍ਰਿਕਟ ਐਕਸ਼ਨ ਰੱਖਦਾ ਸੀਗਾ। ਇਹਨੇ ਇੱਕ ਬਰੀਦ ਅਤੇ ਮੁਨੀਆ ਦੋ ਬੰਦੇ ਅਪਾਇੰਟ ਕੀਤੇ ਹੋਏ ਸੀ ਐਜ਼ ਅ ਸਪਾਈ ਇਨ ਮਾਰਕੀਟ। ਸਾਰੀ ਮਾਰਕੀਟ ਦੇ ਵਿੱਚ ਇਹ ਦੋ ਬੰਦੇ ਇਹੋ ਜਿਹੇ ਸੀਗੇ, ਬਰੀਦ ਤੇ ਮੁਨੀਆ। ਬਰੀਦ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਸਪਾਈ ਸਿਸਟਮ ਦਾ ਹੈਡ ਹੁੰਦਾ ਸੀਗਾ, ਆਪਾਂ ਪਹਿਲਾਂ ਕਰ ਚੁੱਕੇ। ਇਹਨੇ ਮੁਨੀਆ, ਇਹ ਦੋ ਪੋਸਟਾਂ ਇਹੋ ਜਿਹੀਆਂ ਰੱਖੀਆਂ ਜਿਹੜਾ ਕੋਈ ਵੀ ਮਾਰਕੀਟ ਦੇ ਵਿੱਚ ਪੂਰਾ ਸਪਾਈ ਸਿਸਟਮ ਰੱਖਦਾ ਸੀ। ਕੋਈ ਰੇਟ ਵੱਧ ਘੱਟ ਲਾਉਂਦਾ ਹੈ, ਕਿਸੇ ਨੂੰ ਠੱਗਦਾ ਹੈ, ਕਿਸੇ ਤੇ ਕੋਈ ਹੋਰ ਇਲਜ਼ਾਮਦਾਰੀ ਲਾਉਂਦਾ, ਤਾਂ ਉੱਥੇ ਸਾਰਾ ਇਹ ਦੋਨੇ ਜਣੇ ਰਾਜੇ ਨੂੰ ਦੱਸਦੇ ਸੀਗੇ ਤੇ ਰਾਜਾ ਫਿਰ ਉਹਨੂੰ ਕੀ ਪੂਰੀ ਕਠੋਰ ਸਜ਼ਾ ਦਿੰਦਾ ਸੀ। ਤਾਂ ਕਰਕੇ ਇਹਨਾਂ ਦੇ ਰਾਜ-ਕਾਜ ਦੇ ਵਿੱਚ ਇੰਨਾ ਕੋਈ ਚੋਰੀ ਵਗੈਰਾ ਰੋਟੀ ਪਾਣੀ ਦੀ ਜਾਂ ਸਬਜ਼ੀ ਦੀ ਜਾਂ ਮਾਰਕੀਟ ਦੇ ਵਿੱਚ ਕੋਈ ਵੀ ਚੀਜ਼ ਨਹੀਂ ਹੁੰਦੀ ਸੀ, ਠੀਕ ਹੈ ਜੀ। ਤਾਂ ਕਿੰਨਾ ਕੀ ਆਂਦਾ, ਬਰੀਦ ਅਤੇ ਮੁਨੀਆ ਦੋ ਸਪਾਈ ਸਿਸਟਮ ਰੱਖੇ ਹੋਏ ਨੇ। ਦਿਸ ਰਿਫਾਰਮ ਇਜ਼ ਕਾਲਡ ਮਿਰੇਕਲ ਆਫ ਹਿਸਟਰੀ। ਤਾਂ ਇਹ ਪਹਿਲਾ ਬੰਦਾ ਹੋਇਆ ਜਿਹਨੇ ਇੱਕ ਤਰੀਕੇ ਨਾਲ ਹਿਸਟਰੀ ਦੇ ਵਿੱਚ ਮਿਰੇਕਲ ਮਤਲਬ ਜਾਦੂ ਕਰਕੇ ਦਿਖਾਤਾ, ਕਿਉਂਕਿ ਇਹਨੇ ਬਹੁਤ ਹੀ ਵਧੀਆ ਬਾਜ਼ਾਰ ਪਾਲਿਸੀਆਂ ਲੈ ਕੇ ਆਇਆ ਸੀਗਾ, ਜਿਹੜੀਆਂ ਅੱਜ ਤੱਕ ਵੀ ਆਪਾਂ ਯੂਜ਼ ਕਰ ਸਕਦੇ ਆ ਆਪਣੇ ਬਾਜ਼ਾਰ ਨੂੰ ਵਧੀਆ ਬਣਾਉਣ ਲਈ। देयर वाज एन ऑफिसर नेम परवाना नवीज। ਇੱਥੇ ਇੱਕ ਆਫੀਸਰ ਹੁੰਦਾ ਸੀ ਜਿਹਦਾ ਨਾਮ ਕੀ ਹੁੰਦਾ ਸੀ? ਪਰਵਾਨਾ ਨਵੀਜ਼, ਜਿਹੜਾ ਕਿ ਇਸ਼ੂ ਕਰਦਾ ਸੀ ਲਾਇਸੈਂਸ, ਕਿਸੇ ਵੀ ਟ੍ਰੇਡਰ ਨੂੰ ਲਾਇਸੈਂਸ ਇਸ਼ੂ ਕਰਦਾ ਸੀ। ਇਹਦੇ ਵਿੱਚ ਕੀ ਹੁੰਦਾ ਸੀ ਨਾ, ਬਣਜਾਰੇ ਹੁੰਦੇ ਸੀਗੇ। ਮੇਨਲੀ ਕੰਮ ਬਣਜਾਰੇ ਕਰਦੇ ਸੀ, ਕਿਉਂਕਿ ਬਣਜਾਰਿਆਂ ਦਾ ਕੰਮ ਕੀ ਹੁੰਦਾ ਸੀਗਾ? ਇੱਕ ਜਗ੍ਹਾ ਦੂਜੀ ਜਗ੍ਹਾ ਜਾਣਾ। ਤਾਂ ਜਿਹੜੇ ਪਿੰਡ ਵਾਲੇ ਬੰਦੇ ਸੀ ਆਪਣਾ ਸਮਾਨ ਹਰੇਕ ਬਣਜਾਰੇ ਨੂੰ ਦਿੰਦੇ, ਤੇ ਬਣਜਾਰਾ ਉੱਥੇ ਜਾ ਕੇ ਡਾਇਰੈਕਟ ਮਾਲ ਨਹੀਂ ਵੇਚ ਸਕਦਾ ਸੀ, ਉਹਨੂੰ ਪਹਿਲਾਂ ਇੱਕ ਲਾਇਸੈਂਸ ਲੈਣਾ ਪੈਂਦਾ ਸੀ। ਜਿਹੜਾ ਦਿੰਦਾ ਕੌਣ ਸੀਗਾ? ਪਰਵਾਨਾ ਨਵੀਜ਼, ਠੀਕ ਹੈ, ਜਿਹੜਾ ਪਰਵਾਨਾ ਨਵੀਜ਼ ਦਿੰਦਾ ਸੀ। ਅੱਗੇ ਦੀਵਾਨ ਇਹ ਰਿਆਸਤ ਕੀ ਸੀ? ਇੱਕ ਆਪਣੇ ਕੋਲੇ ਵੀ ਸੰਸਥਾ ਸੀਗੀ, ਇਹਦਾ ਇੱਕ ਡਿਪਾਰਟਮੈਂਟ ਸੀ ਮਾਰਕੀਟ ਦਾ, ਜਿਹਦੇ ਵਿੱਚ ਆਫਿਸ ਆਫ ਨਜ਼ਰ ਤੇ ਸੌਰੀ ਇਹ ਹੋਰ ਹੈ। ਦੀਵਾਨ ਇਹ ਰਿਆਸਤ ਇੱਕ ਰੈਗੂਲੇਟ ਦਾ ਮਾਰਕੀਟ ਸੀਗਾ। ਇਹ ਇੱਕ ਜਿਹੜਾ ਮਤਲਬ ਪੂਰੇ ਦਾ ਪੂਰਾ ਡਿਪਾਰਟਮੈਂਟ ਸੀ ਜਿਹੜਾ ਕੀ ਕਰਦਾ ਸੀ? ਮਾਰਕੀਟ ਨੂੰ ਰੈਗੂਲੇਟ ਕਰਦਾ ਸੀ, ਵੀ ਕੋਈ ਜਿਹੜੀ ਚੀਜ਼ ਆ ਉਹ ਮਹਿੰਗੀ ਤਾਂ ਨਹੀਂ ਹੈਗੀ, ਕੋਈ ਜ਼ਿਆਦਾ ਹੀ ਤਾਂ ਨਹੀਂ ਕਿਸੇ ਨੇ ਸਸਤੇ 'ਚ ਵੇਚ ਜਾਂਦਾ, ਕਿਉਂਕਿ ਇਹਨੇ ਇੱਕ ਪ੍ਰਾਈਸ ਮੇਨਟੇਨ ਕੀਤਾ ਹੋਇਆ ਸੀਗਾ, ਠੀਕ ਹੈ, ਵੀ ਇਹਨੇ ਫਿਕਸ ਪ੍ਰਾਈਸ ਕੀਤੇ ਹੋਏ ਸੀ। ਫਿਕਸ ਦਾ ਪ੍ਰਾਈਸ ਆਫ ਆਲ ਕਮੋਡਿਟੀਜ਼। ਇਹਨੇ ਸਾਰੀ ਜਿਹੜੀ ਵੀ ਕੋਈ ਖਾਣ ਦੀ ਚੀਜ਼ ਹੈ, ਕੋਈ ਪਹਿਨਣ ਦੀ ਚੀਜ਼ ਹੈ, ਸਭ ਦੇ ਰੇਟ ਕੀ ਕਰ ਰੱਖੇ ਸੀਗੇ? ਫਿਕਸ ਕਰ ਰੱਖੇ ਸੀ, ਕਿ ਕੱਲ ਨੂੰ ਕੋਈ ਵੀ ਵੱਧ ਜਾਂ ਘੱਟ ਤੇ ਨਾ ਵੇਚੇ। ਤਾਂ ਕਰਕੇ ਆਫਿਸ ਆਫ ਜਿਹੜਾ ਦੀਵਾਨ ਇਹ ਰਿਆਸਤ ਸੀਗਾ, ਉਹ ਇਹ ਸਾਰੇ ਜਿਹੜੇ ਵੀ ਕੰਮ ਕਰਦੇ ਸੀ ਉਹ ਸਾਰੇ ਇਹੀ ਦੇਖਦਾ ਸੀਗਾ। ਆਫਿਸ ਆਫ ਨਸੀਰ ਜਾਂ ਮੁਹਾਤਿਰਗਬਾ, ਦੋ ਨਾਮ ਆਉਂਦੇ ਨੇ ਵੀ, ਨਜ਼ੀਰ ਜਾਂ ਮੁਹਾਤਗਿਰਬਾ। ਇਹ ਕੀ ਕਰਦਾ ਸੀ? ਸੁਪਰੀਡੈਂਟੈਂਟ ਆਫ ਵੇਟ ਐਂਡ ਮੇਜ਼ਰ, ਵੀ ਕੋਈ ਵੇਟ ਤਾਂ ਨਹੀਂ ਵਧਾ ਘਟਾ ਰਿਹਾ, ਜਾਂ ਵੇਟ ਜਿਹਨੂੰ ਇਸ਼ੂ ਕਰਨ ਦੇ, ਵੇਟ ਮਤਲਬ ਜੇ ਆਪਾਂ ਕਹਿੰਦੇ ਨਾ 1 ਕਿਲੋ ਦਾ 2 ਕਿਲੋ ਦਾ, ਉਹ ਸਾਰੇ ਕੌਣ ਕਰਦਾ ਸੀ? ਆਫਿਸ ਆਫ ਨਜ਼ੀਰ ਜਾਂ ਮੁਹਾਤਗਿਰਬਾ। ਇਹਨੇ ਖਰਾਜ ਟੈਕਸ ਲਾਇਆ, ਇਹਨੇ ਘਰਾਈ ਟੈਕਸ ਲਾਇਆ ਜਾਂ ਘੜੀ ਟੈਕਸ ਲਾਇਆ ਜਾਂ ਚਰਾਈ ਟੈਕਸ ਲਾਇਆ। ਇਹਨੇ ਖਰਜ ਟੈਕਸ ਕਿਹਦੇ ਉੱਤੇ ਲਾਇਆ?
ਲੈਂਡ ਦੇ ਉੱਤੇ, ਜ਼ਮੀਨ ਦੇ ਉੱਤੇ ਇਹਨੇ ਕਿਹੜਾ ਟੈਕਸ ਲਾਇਆ? ਖਰਚ ਟੈਕਸ ਲਾਇਆ। ਘਰਾਈ ਟੈਕਸ ਜਾਂ ਘਰ ਟੈਕਸ ਕਿਹਦੇ ਉੱਤੇ ਲਾਇਆ? ਘਰਾਂ ਦੇ ਉੱਤੇ ਇਹਨੇ ਘਰਾਈ ਟੈਕਸ ਲਾਇਆ। ਉਹ ਤੋਂ ਬਾਅਦ ਚਰਾਈ ਟੈਕਸ, ਮਤਲਬ ਜਿਹੜਾ ਐਨੀਮਲ ਫੀਡ ਹੁੰਦਾ ਜਾਂ ਦੁਧਾਰੂ ਪਸ਼ੂ ਹੁੰਦੇ ਨੇ ਉਹਨਾਂ ਉੱਤੇ ਇਹਨੇ ਚਰਾਈ ਟੈਕਸ ਲਾਇਆ ਸੀ। ਠੀਕ ਹੈ ਜੀ, ਤਾਂ ਇਹ 3 ਪ੍ਰਕਾਰ ਦੇ ਇਹਨੇ ਟੈਕਸ ਲਗਾਏ ਸੀਗੇ। ਇਹਨੇ ਕੋਇਨ ਜਾਰੀ ਕੀਤੇ ਸਿਕੰਦਰ II ਦੇ ਨਾਮ ਤੋਂ, ਕਿਉਂਕਿ ਆਪਣੇ ਆਪ ਨੂੰ ਇਹਨੇ ਸਿਕੰਦਰ ਸਾਨੀ ਦੀ ਉਪਾਧੀ ਦਿੱਤੀ ਸੀ। ਆਲਸੋ ਵਾਂਟ ਟੂ ਸਟਾਰਟ ਨਿਊ ਰਿਲੀਜਨ ਬਟ ਫੇਲਡ, ਇਹ ਇੱਕ ਨਵਾਂ ਰਿਲੀਜਨ ਮਤਲਬ ਨਵਾਂ ਧਰਮ ਸਥਾਪਿਤ ਕਰਨ ਦੀ ਪੂਰੀ ਝਾਕ ਦੇ ਵਿੱਚ ਸੀ, ਪਰ ਇਹ ਫੇਲ ਹੋ ਗਿਆ, ਇਹ ਤੋਂ ਇਹ ਨਹੀਂ ਹੋਇਆ। ਠੀਕ ਹੈ, ਅੱਗੇ ਜਾ ਕੇ ਆਪਣੇ ਕੋਲੇ ਅਕਬਰ ਨੇ ਇਹ ਚੀਜ਼ ਚਲਾਈ ਸੀ। ਠੀਕ ਹੈ, ਜੇ ਕਿਸੇ ਨੂੰ ਹੁਣੀ ਪਤਾ ਹੈ ਆਹ ਵੀਡੀਓ ਦੇ ਵਿੱਚ ਥੱਲੇ ਕਮੈਂਟ ਕਰਕੇ ਦੱਸੋ ਵੀ ਉਹ ਕਿਹੜੀ ਸੀਗੀ ਜਿਹੜੀ ਅਕਬਰ ਨੇ ਚਲਾਈ ਸੀ। ਹੀ ਵਾਸ ਸਪੋਜ਼ ਟੂ ਬੀ ਓਵਰ ਦ ਸ਼ਰੀਅਤ, ਇਹ ਆਪਣੇ ਆਪ ਨੂੰ ਸ਼ਰੀਅਤ ਤੋਂ ਵੀ ਉੱਪਰ ਰੱਖਣ ਦੀ ਉਹ ਗੱਲ ਕਰਦਾ ਸੀ, ਮੈਂ ਸ਼ਰੀਅਤ ਤੋਂ ਵੀ ਉੱਪਰ ਆ, ਕਿਉਂਕਿ ਇਹ ਬੰਦਾ ਕੀ ਸੀ, ਇਹ ਇਸਲਾਮ ਧਰਮ ਨੂੰ ਮੰਨਦਾ ਜ਼ਰੂਰ ਸੀ, ਪਰ ਇਹਨੇ ਕਹਿਤਾ ਸੀਗਾ ਵੀ ਧਰਮ ਆਪਣੀ ਜਗ੍ਹਾ ਤੇ ਪਰ ਪੋਲਿਟਿਕਸ ਆਪਣੀ ਜਗ੍ਹਾ, ਵੀ ਮੈਂ ਧਰਮ ਤੇ ਪੋਲਿਟਿਕਸ ਨੂੰ ਇਕੱਠਾ ਨਹੀਂ ਕਰੂੰਗਾ। ਇਹ ਧਰਮ ਨੂੰ ਮੰਨਦਾ ਜ਼ਰੂਰ ਸੀ, ਪਰ ਐ ਨਹੀਂ ਸੀਗਾ ਵੀ ਧਰਮ ਦੇ ਬਿਹਾਫ ਤੇ ਕਿਸੇ ਨੂੰ ਮਾਫ ਕਰ ਦੇ ਜਾਂ ਧਰਮ ਦੇ ਬਿਹਾਫ ਤੇ ਕਿਸੇ ਨੂੰ ਸਜ਼ਾ ਦੇ ਦੇ। ਧਰਮ ਤੇ ਪੋਲਿਟਿਕਸ ਨੇ ਅਲੱਗ-ਅਲੱਗ ਰੱਖੀ। ਇਹਦੇ ਜਿਹੜੇ ਆਪਣੇ ਕੋਲ ਆ 4 ਜਣੇ ਸੀ, ਬਹੁਤ ਹੀ ਇੰਪੋਰਟੈਂਟ ਰੋਲ ਅਦਾ ਕੀਤਾ, ਨੁਸਰਤ ਖਾਨ, ਜ਼ਫਰ ਖਾਨ, ਮਲਿਕ ਕਫੂਰ ਤੇ ਉਲੂਗ ਖਾਨ। ਜ਼ਫਰ ਖਾਨ ਕਹਿੰਦੇ ਨੇ ਇਹਨੇ ਸਪੈਸ਼ਲ ਕਿਹਨਾਂ ਨਾਲ ਲੜਨ ਲਈ ਰੱਖਿਆ ਸੀਗਾ? ਮੰਗੋਲ ਦੇ ਨਾਲ ਲੜਨ ਲਈ ਰੱਖਿਆ ਸੀ। ਕਹਿੰਦੇ ਨੇ ਇਹ ਇੰਨਾ ਜ਼ਿਆਦਾ ਵਫਾਦਾਰ ਸੀ, ਇੰਨਾ ਜ਼ਿਆਦਾ ਬਹਾਦਰ ਸੀ ਕਿ ਜਦੋਂ ਕਦੇ ਮੰਗੋਲ ਮੰਗੋਲ ਦੇ ਘੋੜੇ ਪਾਣੀ ਪੀਂਦੇ ਸੀ ਤਾਂ ਕਹਿੰਦੇ ਨੇ ਉਹਨਾਂ ਨੂੰ ਘੋੜਿਆਂ ਨੂੰ ਪਾਣੀ ਦੇ ਵਿੱਚ ਜ਼ਫਰ ਖਾਨ ਦਿਖਦਾ ਸੀਗਾ। ਉਹ ਲਾਸਟ ਦੇ ਵਿੱਚ ਮੰਗੋਲਾਂ ਤੋਂ ਇਹ ਜ਼ਫਰ ਖਾਨ ਮਾਰਿਆ ਗਿਆ, ਪਰ ਇਹ ਬਹੁਤ ਹੀ ਜ਼ਿਆਦਾ ਬਹਾਦਰ ਸੀਗਾ। ਸੋਚੋ ਵੀ ਪਾਣੀ ਦੇ ਵਿੱਚ ਘੋੜਿਆਂ ਨੂੰ ਜਦੋਂ ਜ਼ਫਰ ਖਾਨ ਦਿਖਦਾ ਸੀਗਾ ਤਾਂ ਘੋੜੇ ਪਿੱਛੇ ਨੂੰ ਹੋ ਜਾਂਦੇ ਸੀਗੇ, ਵੀ ਐਡਾ ਜ਼ਿਆਦਾ ਬਹਾਦਰ ਸੀਗਾ। ਮਲਿਕ ਕਫੂਰ ਤੁਹਾਨੂੰ ਪਤਾ, ਅੱਗੇ ਜਾ ਕੇ ਪੜਾਂਗੇ। ਉਲੂਗ ਖਾਨ, ਇਹ ਇਹਦੇ 4 ਮੇਨ ਬੰਦੇ ਸੀਗੇ ਜਿਹੜੇ ਜਿਨ੍ਹਾਂ ਤੇ ਇਹ ਭਰੋਸਾ ਕਰਦਾ ਸੀਗਾ। ਕਹਿੰਦੇ ਨੇ ਪ੍ਰਤਾਪ ਰੁਦਰ ਦੇਵ ਨੇ ਇਹਨੂੰ ਕੋਹੀਨੂਰ ਦਿੱਤਾ ਸੀਗਾ। ਕੌਣ ਲੈ ਕੇ ਆਇਆ ਸੀ ਕੋਹੀਨੂਰ? ਮਲਿਕ ਕਫੂਰ ਸਾਊਥ ਦੇ ਵਿੱਚ ਜਾ ਕੇ, ਤੇ ਕਿਹਨੇ ਦਿੱਤਾ ਸੀਗਾ? ਪ੍ਰਤਾਪ ਰੁਦਰ ਦੇਵਨ ਨੇ ਦਿੱਤਾ ਸੀ। ਅੱਗੇ ਜਾ ਕੇ ਆਪਾਂ ਇਹਦੀ ਕਹਾਣੀ ਪੜਾਂਗੇ। ਹਜੇ ਇਹਨੇ ਇਕਤਾਦਾਰੀ ਸਿਸਟਮ ਨੂੰ ਖਤਮ ਕਰਤਾ ਸੀਗਾ, ਜਿਹੜਾ ਸਟਾਰਟ ਕਿਹਨੇ ਕੀਤਾ ਸੀ? ਇਲਤੁਤਮਿਸ਼ ਨੇ, ਪਰ ਇਹਨੇ ਕੀ ਕਰਤਾ? ਖਤਮ ਕਰਤਾ। ਇਕਤਾਦਾਰੀ ਉਹੀ ਕਿ ਕਿਸੇ ਬੰਦੇ ਨੂੰ ਇੱਕ ਇਕਤਾਦਾਰ ਬਣਾ ਦੇਣਾ, ਕਿਸੇ ਜਗ੍ਹਾ ਦਾ ਕੋਈ ਇਕਤਾ ਦੇ ਦੇਣਾ। ਠੀਕ ਹੈ, ਫਸਟ ਰੈਬੇਲੀਅਨ, ਇਹਦੇ ਰਾਜ ਦੇ ਵਿੱਚ ਕੁਝ ਰੈਬੇਲ ਹੋਏ, ਮਤਲਬ ਕਿ ਕੁਝ ਵਿਦਰੋਹ ਹੋਏ। ਸਭ ਤੋਂ ਪਹਿਲਾਂ ਕਿਹਨੇ ਕੀਤਾ? ਇਹਦੇ ਭਤੀਜੇ ਨੇ, ਜਿਹਦਾ ਨਾਮ ਕੀ ਸੀ? ਅਕਤ ਖਾਨ, ਪਰ ਇਹਨੇ ਕੀ ਕਰਤਾ? ਦਬਾਤਾ। ਦੂਜਾ ਕਿਹਨੇ ਕੀਤਾ? ਇਹਦੇ ਭਤੀਜਿਆਂ ਨੇ ਦੁਆਰਾ ਮਲਿਕ ਉਮਰ ਤੇ ਮੰਗੂ ਖਾਨ ਨੇ ਕੀਤਾ, ਪਰ ਉਹ ਵੀ ਕੀ ਕਰਤਾ? ਅਲਾਉਦੀਨ ਖਿਲਜੀ ਨੇ ਦਬਤੇ। ਤੀਜਾ ਕਿਹਨੇ ਕੀਤਾ? ਹਾਜੀ ਮੌਲਾ ਨੇ ਕੀਤਾ ਦਿੱਲੀ ਦੇ ਵਿੱਚ। ਇਟ ਵਾਸ ਕਾਸਟ ਬਾय ਅਲਾਉਦੀਨਸ ਲਾਇਰ ਆਫੀਸਰ ਮਲਿਕ ਹਮੀਦ ਉਦੀਨ। ਠੀਕ ਹੈ, ਤਾਂ ਇਹਦਾ ਮਤਲਬ ਕੀ ਹੈ? 3 ਜਿਹੜੇ ਮੇਨ ਸੀਗੇ ਇਹਦੇ ਰਾਜ ਦੇ ਵਿੱਚ ਵਿਦਰੋਹ ਹੋਏ, ਕਿਹਨੇ? ਪਹਿਲਾ ਅਕਾਤ ਖਾਨ ਨੇ, ਦੂਜਾ ਮਲਿਕ ਉਮਰ ਤੇ ਮੰਗੂ ਖਾਨ ਨੇ, ਤੀਜਾ ਹਾਜੀ ਮੌਲਾ ਨੇ, ਤੇ ਤਿੰਨੇ ਹੀ ਇਹਨੇ ਕੀ ਕਰਤੇ? ਦਬਾਤੇ। ਹੁਣ ਕਹਿੰਦੇ ਨੇ ਇਹਨੇ ਆਪਣੇ ਕੁਝ ਅਟੈਕ ਕੀਤੇ। ਸਭ ਤੋਂ ਪਹਿਲਾਂ 1292 ਤੇ 98। 92 ਦੇ ਵਿੱਚ ਕੀਤਾ ਭੀਲਸਾ ਦੇ ਵਿੱਚ ਤੇ ਦੇਵਗਿਰੀ ਦੇ ਵਿੱਚ। ਤੁਹਾਨੂੰ ਪਤਾ ਦੇਵਗਿਰੀ ਦੇ ਵਿੱਚ ਇਹਨੇ 1296 ਦੇ ਵਿੱਚ ਕੀਤਾ ਸੀ, 1292 ਦੇ ਵਿੱਚ ਕਿੱਥੇ ਕੀਤਾ ਸੀਗਾ? ਭੀਲਸਾ ਦੇ ਵਿੱਚ ਕੀਤਾ ਸੀ। ਠੀਕ ਹੈ, ਸੋ ਭੀਲਸਾ ਦੇ ਵਿੱਚ ਜਦੋਂ ਇਹਨੇ ਲੁੱਟ ਖਸੁੱਟ ਕੀਤੀ ਤਾਂ ਇਹਨੇ ਦੇਖਿਆ ਯਾਰ ਪੈਸੇ ਤਾਂ ਬਹੁਤ ਨੇ, ਫਿਰ ਇਹਨੇ ਦੇਵਗਿਰੀ ਦੇ ਵਿੱਚ ਵੀ 1296 ਦੇ ਵਿੱਚ ਅਟੈਕ ਕਰਤਾ। ਤਾਂ ਇਹ ਅਟੈਕ ਉਹ ਸੀਗੇ ਜਿਹੜੇ ਇਹਨੇ ਕਦੋਂ ਕੀਤੇ? ਆਪਣੇ ਰਾਜਾ ਬਣਨ ਤੋਂ ਪਹਿਲਾਂ ਫਿਰੋਜ਼ ਖਿਲਜੀ ਦੇ ਅੰਡਰ ਕੀਤੇ, ਜਾਂ ਜਦੋਂ ਉਹ ਰਾਜਾ ਸੀ ਉਹ ਕੀਤੇ। ਇਹਨੇ ਆਪਣਾ ਪਹਿਲਾ ਮਿਸ਼ਨ ਕਦੋਂ ਕੀਤਾ? ਗੁਜਰਾਤ ਵੇਲੇ 1298 ਈਸਵੀ ਦੇ ਵਿੱਚ। ਇੱਥੋਂ ਦਾ ਰਾਜਾ ਕੌਣ ਸੀਗਾ? ਰੂਲਰ ਕਰਨਦੇਵ ਸੀ। ਇਹਦਾ ਆਰਮੀ ਕਿਹਦੇ ਅੰਡਰ ਜਾ ਰਹੀ ਸੀ? ਉਲੂਗ ਖਾਨ ਤੇ ਨੁਸਰ ਖਾਨ ਦੇ ਅੰਡਰ ਜਾ ਰਹੀ ਸੀਗੀ, ਜਦ ਕਿ ਆਪਣੇ ਕੋਲੇ ਫਿਰ ਇਹਨੇ ਰੁਦਰ ਕਰਨਦੇਵ ਨੂੰ ਹਰਾਤਾ ਸੀਗਾ। ਤੇ ਨੁਸਰਤ ਖਾਨ ਨੇ ਉੱਥੋਂ ਇੱਕ ਸਲੇਵ ਖਰੀਦਿਆ, ਜਿੱਥੋਂ ਕਿੱਥੋਂ ਖਰੀਦਿਆ? ਖੰਬਤ ਪੋਰਟ ਹੈ ਗੁਜਰਾਤ ਦੇ ਵਿੱਚ, ਉੱਥੋਂ ਇੱਕ ਸਲੇਵ ਖਰੀਦਿਆ ਜਿਹਦਾ ਨਾਮ ਕੀ ਸੀ? ਮਲਿਕ ਕਫੂਰ ਸੀਗਾ, ਜਿਹਨੂੰ 1000 ਦਿਨਾਰੀ ਵੀ ਕਿਹਾ ਜਾਂਦਾ। ਉਹਨਾਂ ਟਾਈਮਾਂ ਦੇ ਉੱਤੇ ਦਿਨਾਰ ਕਿਸੇ ਕਰੰਸੀ ਸੀਗੀ, ਸੋ ਇਹਨੇ 1000 ਦਿਨਾਰ ਲੈ ਕੇ ਇਹਨੂੰ ਖਰੀਦਿਆ ਸੀ, ਤਾਂ ਕਰਕੇ ਇਹਨੂੰ ਕੀ ਕਿਹਾ ਜਾਂਦਾ? ਹੋਰ 1000 ਦਿਨਾਰੀ। ਇੰਨੀ ਡੀਪ ਨੌਲੇਜ ਤੁਹਾਨੂੰ ਕਿਤੇ ਵੀ ਨਹੀਂ ਮਿਲਦੀ ਵੀ ਕਿਹਨੇ ਖਰੀਦਿਆ, ਕਿੱਥੋਂ ਖਰੀਦਿਆ, ਤੁਹਾਨੂੰ ਐਂ ਮਿਲੂਗਾ ਕਿ 1000 ਦਿਨਾਰ ਦੇ ਵਿੱਚ ਇਹ ਖਰੀਦਿਆ ਗਿਆ ਸੀ। ਅਗਲਾ ਮਿਸ਼ਨ ਇਹਨੇ ਕੀਤਾ ਰਣਥੰਬੋਰ ਮਿਸ਼ਨ 1301 ਦੇ ਵਿੱਚ ਕੀਤਾ, ਜਿੱਥੇ ਰੂਲਰ ਕੌਣ ਸੀਗਾ? ਰੂਲਰ ਹਮੀਰ ਦੇਵ ਸੀਗਾ, ਜਿਹੜਾ ਕਿਤੇ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਜਿਹੜਾ ਪ੍ਰਿਥਵੀਰਾਜ ਚੌਹਾਨ 3rd ਹੋਇਆ, ਜਿਹਦੇ ਬਾਰੇ ਆਪਾਂ ਪੜ੍ਹਦੇ ਹਾਂ 1191-92 ਦਾ ਤਰਾਇਨ ਦਾ ਯੁੱਧ, ਉਹਦਾ ਹੀ ਕੀ ਸੀ? ਡਿਸੈਂਡੈਂਟ ਸੀਗਾ, ਉਹਦਾ ਵੰਸ਼ਜ ਸੀਗਾ। ਇੱਥੇ ਵੀ ਹਰਾਤਾ ਇਹਨਾਂ ਨੇ, ਲਗਭਗ ਸਭ ਨੂੰ ਹੀ ਹਰਾਤਾ ਜੀ, ਕਿਸੇ ਨੂੰ ਵੀ ਛੱਡਿਆ ਨਹੀਂ। ਇੱਥੇ ਉਲੂਗ ਖਾਨ ਤੇ ਨੁਸਰਤ ਖਾਨ ਦੋਨੇ ਭੇਜੇ ਸੀ। ਨੁਸਰਤ ਖਾਨ ਕੀ ਹੋ ਗਿਆ? ਇਸ ਬੈਟਲ ਦੇ ਵਿੱਚ ਮਾਰਿਆ ਗਿਆ, ਤੇ ਅਲਾਉਦੀਨ ਖਿਲਜੀ ਨੂੰ ਫਿਰ ਗੁੱਸਾ ਆਇਆ। ਅਗਲਾ ਦਾ ਖਿਲਜੀ ਸੀਗਾ, ਖਲੀ ਬਲੀ ਹੋ ਗਿਆ ਹੈ ਦਿਲ, ਤਾਂ ਅਲਾਉਦੀਨ ਖਿਲਜੀ ਨੇ ਕੀ ਕੀਤਾ? ਇਸ ਬੈਟਲ ਦੇ ਵਿੱਚ ਹਮੀਰ ਦੇਵ ਨੂੰ ਮਾਰਤਾ। ਤੇ ਇਸ ਟਾਈਮ ਹਮੀਰ ਦੇਵ ਦੀ ਜਿਹੜੀ ਵੀ ਰਾਣੀਆਂ ਵਗੈਰਾ ਸੀਗੀਆਂ ਉਹਨਾਂ ਨੇ ਕੀ ਕਰ ਲਿਆ? ਜੌਹਰ ਕਰ ਲਿਆ। ਜੌਹਰ ਕੀ ਹੁੰਦਾ ਸੀ? ਮਤਲਬ ਜਿਵੇਂ ਹਿੰਦੂਆਂ ਦੇ ਵਿੱਚ ਸਤੀ ਪ੍ਰਥਾ ਹੁੰਦੀ ਹੈ ਵੀ ਅੱਗ ਦੇ ਵਿੱਚ ਨਾਲ ਚਿਤਾ ਦੇ ਵਿੱਚ ਸੜ ਜਾਣਾ, ਉੱਥੇ ਜੌਹਰ ਕਰਦੇ ਸੀ ਵੀ ਆਪਣੇ ਜਦੋਂ ਹਸਬੈਂਡ ਮਰ ਜਾਂਦਾ ਸੀਗਾ ਲੜਾਈ ਦੇ ਵਿੱਚ ਤਾਂ ਉਹ ਜੌਹਰ ਕਰਦੀਆਂ ਸੀ, ਤਾਂ ਕਿ ਜਿਹੜਾ ਲੁੱਟਣ ਆਇਆ ਉਹ ਸਾਡੇ ਉੱਤੇ ਹੱਥ ਨਾ ਪਾ ਸਕੇ,
ਤਾਂ ਪਹਿਲੀ ਵਾਰ ਜੌਹਰ ਇਹਨੇ ਇੱਥੇ ਦੇਖਿਆ, ਪਰ ਇਹਨੂੰ ਫੇਮਸ ਕਿੱਥੇ ਹੋਇਆ ਉਹ ਜੌਹਰ? ਚਿੱਤੌੜ ਮਿਸ਼ਨ ਦੇ ਵਿੱਚ। ਇਹ ਸਾਰੇ ਰਾਜਸਥਾਨ ਦੇ ਵਿੱਚ ਨੇ। ਚਿੱਤੌੜ ਮਿਸ਼ਨ 1303 ਈਸਵੀ ਦੇ ਵਿੱਚ ਹੋਇਆ। ਉੱਥੋਂ ਦਾ ਰਾਜਾ ਕੌਣ ਸੀ? ਰਾਣਾ ਰਤਨ ਸਿੰਘ। ਜੇ ਕਿਸੇ ਨੇ ਪਦਮਾਵਤ ਨਹੀਂ ਦੇਖੀ ਤਾਂ ਉਹਨੂੰ ਦੇਖ ਸਕਦਾ, ਤੁਹਾਨੂੰ ਇਹ ਸਾਰੀ ਕਹਾਣੀ ਪਤਾ ਲੱਗ ਜੂਗੀ। ਠੀਕ ਹੈ, ਸੋ ਅਲਾउद्दीन ਖਿਲਜੀ ਤੇ ਮਲਿਕ ਕਫੂਰ ਗਏ ਤੇ ਉਹਨਾਂ ਨੇ ਕੀ ਕਰਤਾ? ਰਾਣਾ ਰਤਨ ਸਿੰਘ ਨੂੰ ਹਰਾਤਾ। ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਵਾਈਫ ਕੋਲੇ ਜਾਣ ਲੱਗੇ ਤਾਂ ਉਹਨੇ ਕੀ ਕਰ ਲਿਆ? ਜੌਹਰ ਕਰ ਲਿਆ। ਠੀਕ ਹੈ, ਇਹ ਸਾਰੀ ਇਨਫੋਰਮੇਸ਼ਨ ਜੋ ਵੀ ਕਹਾਣੀ ਹੈ ਇਹ ਕਿੱਥੋਂ ਮਿਲਦੀ ਹੈ? ਆਪਾਂ ਨੂੰ ਪਤਾ ਲੱਗਦੀ ਹੈ ਪਦਮਾਵਤ ਇੱਕ ਨਾਵਲ ਹੈ, ਕਿਹਦਾ ਲਿਖਿਆ ਹੈ? ਮਲਿਕ ਮੁਹੰਮਦ ਜਾਇਸੀ ਦਾ ਲਿਖਿਆ ਹੈ, ਜਿਹੜਾ ਕਿ 1540 ਈਸਵੀ ਦੇ ਵਿੱਚ ਲਿਖਿਆ। ਕਿੱਥੇ ਦਾ? ਦੇਖੋ 1303 ਦੀ ਇਹ ਕਹਾਣੀ ਹੈ, 1540 ਚ ਉਹ ਲਿਖ ਰਿਹਾ। ਕੀ ਪਤਾ ਉਹਨੇ ਕੀ ਵਿੱਚ ਮਿਲਾਵਟ ਕਰਕੇ ਲਿਖਿਆ ਹੋਣਾ, ਆਪਾਂ ਨੂੰ ਤਾਂ ਪਤਾ ਨਹੀਂ ਨਾ। ਸੋ ਆਪਾਂ ਇਹਦੇ ਆਧਾਰ ਤੇ ਮੰਨ ਲੈਣਾ ਕਿ ਪਦਮਾਵਤ ਸੱਚ ਸੀ। ਹੋ ਸਕਦਾ ਉੱਥੇ ਕੋਈ ਹੋਰ ਗੱਲ ਕਹਾਣੀ ਹੋਈ ਹੋਵੇ। ਠੀਕ ਹੈ ਜੀ। ਤਾਂ ਅੱਗੇ ਸ਼ੇਰ ਸ਼ਾਹ ਸੂਰੀ ਸੀਗਾ 1540 ਈਸਵੀ ਦੇ ਵਿੱਚ, ਜਿਸ ਦੇ ਟਾਈਮ ਦੇ ਉੱਤੇ ਇਹ ਪਦਮਾਵਤ ਲਿਖੀ ਗਈ। ਉਸ ਤੋਂ ਬਾਅਦ ਉਹਨੇ ਮਾਲਵਾ ਮਿਸ਼ਨ ਦੇ ਉੱਤੇ ਗਿਆ 1305 ਈਸਵੀ ਦੇ ਵਿੱਚ। ਉੱਥੋਂ ਦਾ ਰਾਜਾ ਕੌਣ ਸੀ? ਇੰਪੋਰਟੈਂਟ ਨਹੀਂ ਹੁੰਦੇ, ਵੱਧ ਤੋਂ ਵੱਧ ਐਂ ਆਊਗਾ ਕਿ ਉਹਨੇ ਕਿਹੜੇ ਕਿਹੜੇ ਮਿਸ਼ਨ ਦੇ ਉੱਤੇ ਗਿਆ। ਤਾਂ ਮਾਲਵਾ ਮਿਸ਼ਨ ਦੇ ਉੱਤੇ ਰੁਦਰ ਮਲਹਕ ਦੇਵ ਸੀਗਾ, ਜਿਹਨੂੰ ਫੇਰ ਉਹਨੇ ਹਲਾਤਾ। ਕਿਹਨੇ ਹਰਾਇਆ? ਐਨ ਉਲ ਮੁਲਕ ਮੁਲਤਾਨੀ ਨੇ ਹਰਾ ਕੇ ਮਾਲਵਾ ਨੂੰ ਆਪਣੇ ਅੰਡਰ ਕਰ ਲਿਆ। ਠੀਕ ਹੈ ਜੀ। ਇਹ ਸਾਰੇ ਜਿਹੜੇ ਮਿਸ਼ਨ ਸੀਗੇ ਨਾਰਥ ਇੰਡੀਆ ਮਿਸ਼ਨ ਸੀਗਾ। ਇਹਦੀਆਂ ਦੋ ਸਟ੍ਰੈਟਜੀਆਂ ਸੀਗੀਆਂ, ਇੱਕ ਤਾਂ ਨਾਰਥ ਵਾਲੇ ਪਾਸੇ, ਇੱਕ ਸਾਊਥ ਵਾਲੇ ਪਾਸੇ। ਸਾਊਥ ਵਾਲੇ ਪਾਸੇ ਕੀ ਕਰਦਾ ਸੀ? ਜਦੋਂ ਬੰਦਾ ਹਰਾਂਦਾ, ਪਹਿਲੀ ਗੱਲ ਤਾਂ ਸਾਊਥ ਵਾਲੇ ਪਾਸੇ ਆਪ ਨਹੀਂ ਗਿਆ, ਇਹਨੇ ਆਪਣੇ ਅੱਗੇ ਬੰਦੇ ਭੇਜੇ। ਤੇ ਜਦੋਂ ਹਰਾਇਆ ਮੇਨਲੀ ਇਹਨੇ ਮਲਿਕ ਕਫੂਰ ਨੂੰ ਭੇਜਿਆ ਸਾਊਥ ਵਾਲੇ ਪਾਸੇ। ਜਦੋਂ ਇਹ ਕਿਸੇ ਨੂੰ ਹਰਾਂਦਾ ਸੀ ਉਹਨੂੰ ਕਹਿੰਦਾ ਸੀ ਕਿ ਤੂੰ ਮੇਰੇ ਅੰਡਰ ਹੋ ਜਾ, ਟੈਕਸ ਦੇਈ ਚੱਲ, ਮੇਰੇ ਅੰਡਰ ਹੋ ਜਾ, ਬਸ ਮੈਂ ਤੇਰੇ ਉੱਤੇ ਰਾਜ ਨਹੀਂ ਕਰਦਾ, ਵੀ ਇਹ ਜਗ੍ਹਾ ਮੇਰੀ ਨਹੀਂ ਹੈਗੀ, ਬਸ ਤੂੰ ਟੈਕਸ ਦੇਈ ਚੱਲ ਮੇਰੇ ਅੰਡਰ ਹੋ ਕੇ। ਉਹ ਜ਼ਿਆਦਾਤਰ ਮੰਨ ਨਹੀਂ ਜਾਂਦੇ ਸੀਗੇ। ਨਾਰਥ ਵਿੱਚ ਜਾਂਦਾ ਸੀ, ਆਪਣੇ ਅੰਡਰ ਕਰਦਾ ਸੀ, ਆਪਣਾ ਬੰਦਾ ਉੱਥੇ ਛੱਡ ਕੇ ਆਉਂਦਾ ਸੀ ਵੀ ਇਹ ਰਾਜ ਹੁਣ ਮੇਰਾ ਹੈ। ਠੀਕ ਹੈ, ਤਾਂ ਇਹ ਫਰਕ ਸੀ ਨਾਰਥ ਤੇ ਸਾਊਥ ਦੇ ਵਿੱਚ। ਨਾਰਥ ਵਾਲੇ ਪਾਸੇ ਸਾਰੇ ਪਾਸੇ ਇਹ ਲਗਭਗ ਆਪ ਗਿਆ ਸੀ। ਠੀਕ ਹੈ, ਸਾਊਥ ਇੰਡੀਆ ਨੂੰ ਕਿਹਦੇ ਅੰਡਰ ਭੇਜਿਆ? ਇਹਨੇ ਮਲਿਕ ਕਫੂਰ ਦੇ ਅੰਡਰ ਭੇਜਿਆ। ਸਭ ਤੋਂ ਪਹਿਲਾਂ ਇਹਨੇ ਦੇਵਗਿਰੀ ਭੇਜਿਆ, ਜਿੱਥੇ ਕੌਣ ਸੀ? ਰਾਮਚੰਦਰ ਦੇਵ। ਠੀਕ ਹੈ, ਇਹਨੇ ਫਿਰ ਉਸ ਤੋਂ ਬਾਅਦ ਵਾਰੰਗਲ ਤੇ ਅਟੈਕ ਕੀਤਾ 1309 ਦੇ ਵਿੱਚ। ਉੱਥੇ ਰੂਲਰ ਕੌਣ ਸੀ? ਰੂਲਰ ਪ੍ਰਤਾਪ ਰੁਦਰ ਦੇਵ, ਜਿਹੜਾ ਕਿ ਕਾਕਤੀਆ ਡਾਇਨੈਸਟੀ ਤੋਂ ਸੀਗਾ। ਇੰਨਾ ਇੰਪੋਰਟੈਂਟ ਨਹੀਂ ਹੈਗਾ, ਪੰਜਾਬ ਦੇ ਪੇਪਰਾਂ ਲਈ ਤੁਹਾਨੂੰ ਨਹੀਂ ਆਉਂਦਾ, ਸੈਂਟਰ ਲੈਵਲ ਤੇ ਆ ਸਕਦਾ। ਠੀਕ ਹੈ, ਇਹਨੇ ਕੀ ਦਿੱਤਾ ਸੀ? ਕੋਹੀਨੂਰ ਦਿੱਤਾ ਸੀ। ਕਹਿੰਦੇ ਨੇ ਕਿ ਜਦੋਂ ਮਲਿਕ ਕਫੂਰ ਲੁੱਟਣ ਗਿਆ ਇਹਨੇ ਸਾਰਾ ਕੁਝ ਲੁੱਟ ਲਿਆ। ਉਸ ਤੋਂ ਬਾਅਦ ਮੰਦਿਰ ਦੇ ਵਿੱਚ ਇੱਕ ਮੂਰਤੀ ਦੇਖੀ, ਉਸ ਮੂਰਤੀ ਦੀ ਅੱਖ ਦੇ ਵਿੱਚ ਕੀ ਸੀਗਾ? ਇਹ ਕੋਹੀਨੂਰ ਲੱਗਿਆ ਸੀ। ਉਸ ਦੀ ਅੱਖ ਬਹੁਤ ਚਮਕ ਰਹੀ ਸੀ। ਤੋਂ ਉੱਥੋਂ ਇਹ ਕੋਹੀਨੂਰ ਕਿੱਥੇ ਆਇਆ? ਆਪਣੇ ਕੋਲੇ ਮਲਿਕ ਕਫੂਰ ਕੋਲ ਆਇਆ। ਮਲਿਕ ਕਫੂਰ ਤੋਂ ਇਹ ਕਿੱਥੇ ਆਇਆ? ਆਪਣੇ ਕੋਲੇ ਖਿਲਜੀ ਡਾਇਨੈਸਟੀ ਕੋਲ ਆਇਆ। ਇੱਥੋਂ ਚੱਲਦਾ 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 ਮੁਹੰਮਦ ਸ਼ਾਹ ਰੰਗੀਲਾ, ਜੋ ਆਪਣੇ ਕੋਲੇ ਅੱਗੇ ਜਾ ਕੇ ਆਊਗਾ ਮੁਗਲ ਕਾਲ ਦੇ ਵਿੱਚ, ਉਹਦੇ ਕੋਲ ਆਇਆ। ਉੱਥੋਂ ਇਹ ਨਾਦਰ ਸ਼ਾਹ ਕੋਲੇ ਗਿਆ। ਨਾਦਰ ਸ਼ਾਹ ਨੇ ਪਹਿਲੀ ਵਾਰ ਇਹਨੂੰ ਨਾਮ ਦਿੱਤਾ ਕੋਹੀਨੂਰ। ਮਤਲਬ ਕੀ ਹੈ? ਕੋਹੀਨੂਰ, ਪੂਰੇ ਪਹਾੜ ਦੀ ਰੋਸ਼ਨੀ ਵੀ, ਜਾਂ ਰੋਸ਼ਨੀ ਦਾ ਪਹਾੜ। ਤਾਂ ਪੇਪਰ 'ਚ ਜੇ ਕਦੇ ਆ ਜਾਏ ਕਿ ਇਹਦਾ ਮਤਲਬ ਹੁੰਦਾ ਰੋਸ਼ਨੀ ਦਾ ਪਹਾੜ। ਉਸ ਤੋਂ ਬਾਅਦ ਦੁਬਾਰਾ ਸਮੁੰਦਰਾ ਤੇ ਗਿਆ 1310 ਈਸਵੀ ਦੇ ਵਿੱਚ। ਵੀਰਪਾਲ ਤੀਜਾ ਉੱਥੋਂ ਦਾ ਰਾਜਾ ਸੀ, ਜਿਹੜਾ ਕਿ ਹੋਸਲ ਡਾਇਨੈਸਟੀ ਦਾ ਸੀਗਾ। ਉਹਨੇ ਕੀ ਕਰਤਾ? ਸਰੈਂਡਰ ਕਰਤਾ। ਬਸ ਸਾਰੇ ਕਿਤੇ ਹੀ ਇਹ ਜਿੱਤਦਾ ਰਿਹਾ, ਕਿਤੇ ਵੀ ਹਾਰਿਆ ਨਹੀਂ ਹੈਗਾ। ਉਸ ਤੋਂ ਬਾਅਦ ਉਹਨੇ ਪਾਂਡਿਆ ਤੇ ਅਟੈਕ ਕੀਤਾ 1311 ਵਿੱਚ। ਵੀਰ ਪਾਂਡਿਆ ਉੱਥੋਂ ਦਾ ਰਾਜਾ ਸੀਗਾ। ਮਲਿਕ ਕਫੂਰ ਫੇਰ ਜਿੱਤ ਗਿਆ। ਉਸ ਤੋਂ ਬਾਅਦ ਅਲਾउद्दीन ਖਿਲਜੀ ਨੇ ਇੱਥੇ ਜਿਹੜੀ ਆਪਣੇ ਕੋਲ ਟਾਈਟਲ ਲਿਆ ਵੀ ਆ ਸਾਰਾ ਕੁਝ ਜਿੱਤਣ ਤੋਂ ਬਾਅਦ ਸਿਕੰਦਰ ਸਾਨੀ ਦਾ ਟਾਈਟਲ ਲੈ ਲਿਆ। ਇਹਨਾਂ ਟਾਈਮਾਂ ਦੇ ਉੱਤੇ ਪੰਜਾਬ ਦਾ ਇੱਕ ਗਵਰਨਰ ਸੀ ਜਿਹਦਾ ਨਾਮ ਕੀ ਸੀ? ਗਾਜ਼ੀ ਮਲਿਕ। ਇਹਨਾਂ ਟਾਈਮਾਂ ਦੇ ਉੱਤੇ ਗਾਜ਼ੀ ਮਲਿਕ ਨੂੰ ਕਿਉਂ ਰੱਖਿਆ ਸੀ? ਮੰਗੋਲਾਂ ਦੇ ਅਟੈਕ ਤੋਂ ਬਚਣ ਲਈ। ਇਹ ਵੀ ਮੰਗੋਲਾਂ ਤੋਂ ਬਹੁਤ ਜ਼ਿਆਦਾ ਮਤਲਬ ਬਹਾਦਰੀ ਨਾਲ ਲੜਦਾ ਹੁੰਦਾ ਸੀ। ਇਹਨੇ ਮੰਗੋਲ ਬਹੁਤ ਵਾਰੀ ਡਿਫੀਟ ਕੀਤੇ। ਉਸ ਤੋਂ ਬਾਅਦ 1316 ਦੇ ਵਿੱਚ ਖਿਲਜੀ ਮਰ ਗਿਆ। ਕਹਿੰਦੇ ਨੇ ਇਹ ਕਿਸੇ ਬਿਮਾਰੀ ਕਰਕੇ ਹੀ ਮਰ ਗਿਆ। ਠੀਕ ਹੈ, ਇਹ ਕਿਸੇ ਵੀ ਲੜਾਈ ਦੇ ਵਿੱਚ ਨਹੀਂ ਮਰਿਆ। ਐਡਾ ਵਧੀਆ ਸ਼ੂਰਵੀਰ ਹੋ ਗਿਆ, ਕਿਸੇ ਲੜਾਈ ਦੇ ਵਿੱਚ ਨਹੀਂ ਮਰਿਆ। ਉਹਦੀ ਟੌਮ ਕਿੱਥੇ ਹੈ? ਕੁਤੁਬ ਮੀਨਾਰ ਕੰਪਲੈਕਸ ਦੇ ਵਿੱਚ ਹੈ। ਕੁਤੁਬ ਮੀਨਾਰ ਕਿੱਥੇ ਹੈ? ਮਹਿਰੌਲੀ ਦੇ ਵਿੱਚ ਹੈ। ਠੀਕ ਹੈ ਜੀ, ਦਿੱਲੀ ਦੇ ਵਿੱਚ ਉਹਦੀ ਉਹ ਹੈ। ਉਸ ਤੋਂ ਬਾਅਦ ਇਹਦਾ ਇੱਕ ਕੋਰਟ ਪੋਇਟ ਹੋਇਆ। ਕੋਰਟ ਪੋਇਟ ਮਤਲਬ ਦਰਬਾਰੀ ਕਵੀ, ਜਿਹਦਾ ਨਾਮ ਕੀ ਸੀ? ਆਮਿਰ ਖੁਸਰੋ। ਠੀਕ ਹੈ, ਇਹ ਉਹ ਖੁਸਰੋ ਨਹੀਂ ਹੈਗਾ ਜਿਹੜਾ ਜਹਾਂਗੀਰ ਦਾ ਮੁੰਡਾ ਹੈ, ਇਹ ਉਹ ਤੋਂ ਪਹਿਲਾਂ ਆਏ ਨੇ। ਕੋਰਟ ਪੋਇਟ ਸੀ ਜਿਹਨੂੰ ਪੈਰਟ ਆਫ ਇੰਡੀਆ, ਭਾਰਤ ਦਾ ਤੋਤਾ ਜਾਂ ਤੂਤੀ ਹਿੰਦ ਦੇ ਨਾਮ ਤੋਂ ਵੀ ਜਾਣਿਆ ਜਾਂਦਾ। ਮੋਸਟ ਇੰਪੋਰਟੈਂਟ, ਇਹਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ? ਤੂਤੀ ਹਿੰਦ। ਇਹਨੇ ਸਿਤਾਰ ਤੇ ਭਾਰਤ ਦੇ ਵਿੱਚ ਤਬਲੇ ਦੀ ਖੋਜ ਕੀਤੀ। ਇਹਨੇ ਕਵਾਲੀ ਤੇ ਖੜੀ ਬੋਲੀ ਦੀ ਵੀ ਖੋਜ ਕੀਤੀ। ਕਵਾਲੀ ਜਿਹੜੀ ਅੱਜ ਕੱਲ ਆਪਾਂ ਕਰਨਾ ਹੈ ਕਿ ਤੁਮੇ ਦਿਲ ਲਗੀ ਭੂਲ ਜਾਣੀ ਪੜੇਗੀ ਮੁਹੱਬਤ ਕੀ ਰਾਹੋਂ ਮੇਂ ਆਕਰ ਤੋਂ ਦੇਖੋ, ਉਹ ਕਿਹਨਾਂ ਦੀ ਖੋਜ ਹੈ? ਆਮਿਰ ਖੁਸਰੋ ਜੀ ਦੀ ਖੋਜ ਹੈ। ਤੁਸੀਂ ਅੱਜ ਕੱਲ ਉਹ ਸੁਣਦੇ ਹੋਗੇ ਜੀ ਹਾਲੇ ਮਸਕਿਨ ਜੋ ਵੀ ਹੈ, ਉਹ ਕਿਹਨਾਂ ਦੀ ਲਿਖੀ ਹੋਈ ਹੈ? ਆਮਿਰ ਖੁਸਰੋ ਦਾ ਹੀ ਲਿਖਿਆ ਹੋਇਆ ਵਾਕ ਹੈ ਉਹ। ਠੀਕ ਹੈ ਜੀ। ਉਹਨੇ ਇੱਕ ਬੁੱਕ ਲਿਖੀ ਖਮਸਾ ਖੁਸਰੋ। ਉਹਨੇ ਇੱਕ ਬੁੱਕ ਲਿਖੀ ਜਿਹਦਾ ਨਾਮ ਕੀ ਸੀ? ਖਮਸਾ ਖੁਸਰੋ। ਹੀ ਸੈਡ ਕਸ਼ਮੀਰ ਐਜ਼ ਦ ਪੈਰਾਡਾਈਜ਼ ਆਫ ਅਰਥ। ਪੇਪਰ ਚ ਆਂਦਾ ਹੈ
ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਸਨੇ ਕਿਹਾ, ਤਾਂ ਆਪਣੇ ਕੋਲੇ ਆਮਿਰ ਖੁਸਰੋ ਨੇ ਕਿਹਾ। ਹੀ ਗੇਵ ਟਾਈਟਲ ਅਲਾਉਦੀਨ ਖਿਲਜੀ ਟੂ ਸੁਲਤਾਨ ਏ ਜਹਾਂ, ਇਹਨੇ ਅਲਾਉਦੀਨ ਖਿਲਜੀ ਨੂੰ ਕਿਹੜਾ ਟਾਈਟਲ ਦਿੱਤਾ, ਸੁਲਤਾਨ ਏ ਜਹਾਂ, ਪੂਰੇ ਜਹਾਨ ਦਾ ਖੁਦਾ। ਇਹਦਾ ਹੀ ਵਾਜ਼ ਡਿਸਾਈਪਲ ਆਫ ਨਿਜ਼ਾਮੁਦੀਨ ਔਲੀਆ, ਇਹ ਨਿਜ਼ਾਮੁਦੀਨ ਔਲੀਆ ਦੇ ਕੀ ਸੀ ਗਈ, ਡਿਸਾਈਪਲ ਸੀ। ਮੁਸਲਿਮ ਧਰਮ ਦੇ ਵਿੱਚ ਨਿਜ਼ਾਮੁਦੀਨ ਔਲੀਆ ਦਾ ਨਾਮ ਬਹੁਤ ਹੀ ਇੱਜ਼ਤ ਮਾਨ ਨਾਲ ਲਿਆ ਜਾਂਦਾ। ਹੁਣ ਜਦੋਂ 1320 ਦੇ ਵਿੱਚ ਮਰ ਗਿਆ ਜੀ ਕੌਣ, ਅਲਾਉਦੀਨ ਖਿਲਜੀ, ਤਾਂ ਉਹਦਾ ਮੁੰਡਾ ਆਇਆ ਜਿਹਦਾ ਨਾਮ ਕੀ ਸੀ, ਸ਼ਿਹਾਬ ਉਦੀਨ ਉਮਾਰ ਖਿਲਜੀ, ਜਿਹਦਾ ਰੀਅਲ ਨਾਮ ਕੀ ਸੀ, ਉਮਾਰ ਖਾਨ। ਬਸ ਇਹਨੇ ਸ਼ਿਹਾਬੂਦੀਨ ਆਪਣੇ ਆਪ ਨੂੰ ਕੀ ਦਿੱਤਾ, ਟਾਈਟਲ ਦਿੱਤਾ। ਠੀਕ ਹੈ ਜੀ। ਉਹਦੇ ਦੋ ਮੁੰਡੇ ਸੀਗੇ, ਇੱਕ ਮੁੰਡੇ ਦਾ ਨਾਮ ਕੀ ਸੀ ਆਪਣੇ ਕੋਲੇ, ਮੁਬਾਰਕ ਸ਼ਾਹ, ਦੂਜੇ ਮੁੰਡੇ ਦਾ ਨਾਮ ਕੀ ਸੀ, ਉਮਾਰ ਖਾਨ। ਠੀਕ ਹੈ। ਉਮਾਰ ਖਾਨ ਗੱਦੀ ਤੇ ਆ ਗਿਆ ਤੇ ਇਹ ਹੀ ਵਾਜ਼ ਯੰਗਰ ਸਨ ਆਫ ਅਲਾਉਦੀਨ ਖਿਲਜੀ, ਸਿਰਫ 6 ਸਾਲ ਦਾ ਹੀ ਸੀਗਾ, ਕਿਉਂਕਿ ਮੁਬਾਰਕ ਸ਼ਾਹ ਨੂੰ ਮਲਿਕ ਕਫੂਰ ਨੇ ਇੱਕ ਛੜਯੰਤਰ ਦੇ ਨਾਲ ਕੀ ਕਰਤਾ ਸੀਗਾ, ਕੈਦ ਕਰਵਾਤਾ ਸੀ। ਠੀਕ ਹੈ। ਮੁਬਾਰਕ ਸ਼ਾਹ ਨੂੰ ਉਹਨੇ ਛੜਯੰਤਰ ਦੇ ਨਾਲ ਕੈਦ ਕਰਵਾਤਾ ਸੀ ਤੇ 6 ਸਾਲ ਦੇ ਬੱਚੇ ਨੂੰ ਕੀ ਕਰਤਾ, ਆਪਣੇ ਕੋਲੇ ਰਾਜਗੱਦੀ ਦੇਤੀ ਤੇ ਆਪ ਉਹਦਾ ਕੀ ਬਣ ਗਿਆ ਜੀ, ਬੋਡੀਗਾਰਡ ਬਣ ਗਿਆ। ਮਲਿਕ ਕਫੂਰ ਇਹਦਾ ਕੀ ਬਣ ਗਿਆ, ਉਮਰ ਖਾਨ ਦਾ ਬੋਡੀਗਾਰਡ ਬਣ ਗਿਆ। ਹੀ ਅਰੈਸਟਡ ਦਾ ਐਲਡੈਸਟ ਸਨ, ਉਹਨੇ ਮੁਬਾਰਕ ਸ਼ਾਹ ਨੂੰ ਕੀ ਕਰਵਾਤਾ ਸੀਗਾ, ਜੇਲ੍ਹ ਕਰਵਾਤੀ ਸੀ। ਕੁਤਬੁਦੀਨ ਮੁਬਾਰਕ ਖਿਲਜੀ, ਠੀਕ ਹੈ, ਕਿਲਡ ਮਲਿਕ ਕਫੂਰ। ਜਿਹੜਾ ਮੁਬਾਰਕ ਸ਼ਾਹ ਦਾ ਪੂਰਾ ਨਾਮ ਕੀ ਸੀ, ਕੁਤਬੁਦੀਨ ਮੁਬਾਰਕ ਖਿਲਜੀ, ਇਹ ਜਦੋਂ ਬਾਹਰ ਆਇਆ ਤਾਂ ਇਹਨੇ ਮਲਿਕ ਕਫੂਰ ਨੂੰ ਮਰਵਾਤਾ ਤੇ ਬਿਕਮ ਦਾ ਬੋਡੀਗਾਰਡ ਆਫ ਸ਼ਹਾਬਉਦੀਨ, ਤਾਂ ਇਹ ਸ਼ਹਾਬਉਦੀਨ ਨਾਲ ਉਹਦਾ ਬੋਡੀਗਾਰਡ ਬਣ ਗਿਆ ਮੁਬਾਰਕ ਸ਼ਾਹ ਖਿਲਜੀ। ਉਹ ਤੋਂ ਬਾਅਦ ਸ਼ਹਾਬਉਦੀਨ ਵੀ ਮਰ ਗਿਆ, ਚਾਹੇ ਮਰਵਾ ਦਿੱਤਾ ਗਿਆ, ਜੋ ਵੀ ਹੋਇਆ। ਉਹ ਤੋਂ ਬਾਅਦ ਕੋਈ ਵੀ ਖਾਸ ਰਾਜਾ ਨਹੀਂ ਆਇਆ, ਇਹਨਾਂ ਬਾਰੇ ਕੋਈ ਇੰਨੀ ਖਾਸ ਗੱਲ ਨਹੀਂ। ਸੋ ਜਿਹੜਾ ਮੁਬਾਰਕ ਸ਼ਾਹ ਖਿਲਜੀ ਸੀ, ਇਹਨੇ ਸਭ ਤੋਂ ਪਹਿਲਾਂ ਮਲਿਕ ਕਫੂਰ ਨੂੰ ਮਰਵਾਇਆ, ਕਿਉਂਕਿ ਮਲਿਕ ਕਫੂਰ ਨੇ ਇਹਨੂੰ ਜੇਲ੍ਹ 'ਚ ਪਰਵਾਇਆ ਸੀਗਾ। ਡਿਕਲੇਅਰਡ ਹਿਮਸੈਲਫ ਐਜ਼ ਖਲੀਫਾ ਆਫ ਇਸਲਾਮ, ਹੁਣ ਤੱਕ ਕਿਸੇ ਨੇ ਵੀ ਆਪਣੇ ਆਪ ਨੂੰ ਐ ਨਹੀਂ ਕਹਿਤਾ ਸੀ ਕਿ ਮੈਂ ਹੀ ਖਲੀਫਾ, ਜਾਂ ਤਾਂ ਉਹ ਕਹਿੰਦੇ ਮੈਂ ਖਲੀਫਾ ਦਾ ਵੀ ਮੈਸੇਂਜਰ ਹਾਂ ਜਾਂ ਮੈਂ ਖਲੀਫਾ ਦਾ ਰਾਈਟ ਹੈਂਡ ਹਾਂ। ਇਹਨੇ ਕੀ ਕਹਿਤਾ ਸੀ, ਮੈਂ ਹੀ ਖਲੀਫਾ ਹਾਂ। ਤਾਂ ਕਰਕੇ ਲੋਕ ਇਹਦੇ ਬਹੁਤ ਜ਼ਿਆਦਾ ਕੀ ਹੋ ਗਏ ਸੀ, ਵਿਰੁੱਧ ਹੋ ਗਏ ਸੀ। ਤਾਂ ਕਰਕੇ ਕਹਿੰਦੇ ਨੇ ਕਦੇ ਕਦੇ ਕੁੜੀਆਂ ਦੇ ਕੱਪੜੇ ਪਾ ਕੇ ਹੀ ਕੋਰਟ ਦੇ ਵਿੱਚ ਆ ਜਾਂਦਾ ਸੀ ਤੇ ਕਦੇ ਕਦੇ ਇਹ ਨੰਗਾ ਵੀ ਕੋਰਟ ਦੇ ਵਿੱਚ ਆ ਜਾਂਦਾ ਸੀ। ਇਹਨੂੰ ਕੋਰਟ ਦੀ ਮਰਿਆਦਾ ਵਗੈਰਾ ਦਾ ਕੋਈ ਵੀ ਧਿਆਨ ਨਹੀਂ ਰਹਿੰਦਾ ਸੀ। ਇੱਕ ਹਿੰਦੂ ਸੋਲਜਰ ਸੀ ਇਹਦੇ ਕੋਲੇ, ਜਿਹਨੂੰ ਬਦਲ ਕੇ ਇਹਨੇ ਕੀ ਕਰਤਾ ਸੀ, ਮੁਬਾਰਕ ਹਸਨ ਤੇ ਮੁਬਾਰਕ, ਇੱਕ ਉਹਦਾ ਨਾਮ ਦੂਜਾ ਕੀ ਮਿਲਦਾ, ਖੁਸਰੋ ਖਾਨ। ਠੀਕ ਹੈ, ਖੁਸਰੋ ਖਾਨ ਜਾਂ ਮੁਬਾਰਕ ਹਸਨ, ਇਹਦਾ ਨਾਮ ਇੱਕ ਚੇਲਾ ਮਿਲਦਾ ਹੈ ਜਿਹਨੂੰ ਕਹਿੰਦੇ ਨੇ ਕਿ ਇਹ ਦੋਨੇ ਇੱਕ ਤਰੀਕੇ ਨਾਲ ਵੀ ਆਪਸ 'ਚ ਹਿਸਾਬ ਕਿਤਾਬ 'ਚ ਵੀ ਸੀਗੇ, ਦੋਨੇ ਮੁੰਡੇ ਹੀ ਮੁਬਾਰਕ ਸ਼ਾਹ ਤੇ ਖੁਸਰੋ ਖਾਨ। ਤਾਂ ਕਰਕੇ ਇਹਨੇ ਟੈਗ ਦੈਨ ਹੀ ਕਿਲਡ ਮੁਬਾਰਕ ਸ਼ਾਹ। ਤਾਂ ਖੁਸਰੋ ਖਾਨ ਨਾਲ ਇਹਦਾ ਗੱਲਬਾਤ ਸੀ, ਪਰ ਇੱਕ ਟਾਈਮ ਦੇ ਆ ਕੇ ਖੁਸਰੋ ਖਾਨ ਨੇ ਕੀ ਕਰਤਾ, ਮੁਬਾਰਕ ਸ਼ਾਹ ਨੂੰ ਮਰਵਾਤਾ। ਯਾਦ ਰੱਖਿਓ, ਖੁਸਰੋ ਖਾਨ ਕੀ ਹੈ, ਇੱਕ ਕਨਵਰਟਡ ਮੁਸਲਮਾਨ ਹੈ। ਪਹਿਲਾਂ ਇਹ ਹਿੰਦੂ ਸੀ, ਫਿਰ ਇਹ ਕੀ ਹੋ ਗਿਆ, ਮੁਸਲਮਾਨ ਹੋ ਗਿਆ। ਹੁਣ ਖੁਸਰੋ ਖਾਨ ਕੀ ਬਣ ਗਿਆ ਜੀ, ਜਾਂ ਖੁਸਰੋ ਖਾਨ ਕਹਿ ਲਓ ਜਾਂ ਵਜ਼ੀਰ ਖੁਸਰੋ ਖਾਨ ਕਹਿ ਲਓ, ਇਹ ਰਾਜਾ ਬਣ ਗਿਆ। ਇਹ ਸਲੇਵ ਸੀਗਾ ਕਿਹਦਾ, ਮੁਬਾਰਕ ਸ਼ਾਹ ਦਾ। ਤਾਂ 1320 ਈਸਵੀ ਦੇ ਵਿੱਚ ਇਹਨੂੰ ਮਰਵਾਤਾ। ਇਹਨੂੰ ਕਿਉਂ ਮਰਵਾਤਾ ਜੀ, ਜਾਂ ਕਿਹਨੇ ਮਰਵਾਇਆ, ਉਹੀ ਗਾਜ਼ੀ ਮਲਿਕ ਜਿਹੜਾ ਪੰਜਾਬ ਦਾ ਗਵਰਨਰ ਸੀ, ਉਹਨੇ ਮਰਵਾਤਾ। ਉਹਨੇ ਲੋਕਾਂ ਨੂੰ ਕੀ ਕਿਹਾ, ਲੋਕਾਂ ਨੂੰ ਕਿਹਾ ਵੀ ਇਹ ਕਨਵਰਟਡ ਹੈ, ਇਹ ਓਰੀਜਨਲ ਨਹੀਂ ਹੈਗਾ, ਤਾਂ ਕਰਕੇ ਇਹਨੂੰ ਮਾਰ ਦਿਓ। ਸੋ ਲੋਕਾਂ ਦੀ ਚੱਕ ਦੇ ਵਿੱਚ ਆ ਕੇ, ਇਹਦੀ ਚੱਕ 'ਚ ਲੋਕਾਂ ਨੇ ਆ ਕੇ ਗਾਜ਼ੀ ਮਲਕ ਨੂੰ ਕੀ ਕਰਤਾ, ਪੂਰਾ ਸਾਥ ਦਿੱਤਾ ਤੇ ਗਾਜ਼ੀ ਮਲਕ ਨੇ ਕਿਹਨੂੰ ਮਰਵਾਤਾ ਜੀ, ਖੁਸਰੋ ਖਾਨ ਨੂੰ ਮਰਵਾਤਾ। ਗਾਜ਼ੀ ਮਲਿਕ ਨੋ ਦੈਟ ਹੀ ਵਾਜ਼ ਕਨਵਰਟਡ ਮੁਸਲਮਾਨ, ਦੈਨ ਹੀ ਕਿਲਡ ਦਾ ਹੈਲਪ ਆਫ ਦਾ ਪੀਪਲ ਆਫ ਦਿੱਲੀ। ਤਾਂ ਦਿੱਲੀ ਦੇ ਪੀਪਲ ਦੀ, ਲੋਕਾਂ ਦੀ ਮਦਦ ਦੇ ਨਾਲ ਉਹਨੇ ਕਿਹਨੂੰ ਮਰਵਾਤਾ, ਆਪਣੇ ਕੋਲੇ ਗਾਜ਼ੀ ਮਲਿਕ ਨੂੰ, ਉਹਨੂੰ ਮੁਬਾਰਕ ਸ਼ਾਹ ਨੂੰ ਮਰਵਾਤਾ। ਤੇ ਗਾਜ਼ੀ ਮਲਿਕ ਨੇ ਅੱਗੇ ਜਾ ਕੇ ਫਿਰ ਗਿਆਸੁਦੀਨ ਤੁਗਲਕ ਬਣ ਕੇ ਤੁਗਲਕ ਡਾਇਨੈਸਟੀ ਦੀ ਕੀ ਕੀਤੀ ਜੀ, ਸਟਾਰਟਿੰਗ ਕੀਤੀ। ਬਾਅਦ ਵਾਲੇ ਰਾਜੇ ਜ਼ਰੂਰੀ ਨਹੀਂ ਹੈਗੇ, ਇਹਦੇ ਵਿੱਚ ਸਿਰਫ ਫਿਰੋਜ਼ ਖਿਲਜੀ ਅਤੇ ਅਲਾਉਦੀਨ ਖਿਲਜੀ ਹੀ ਜ਼ਰੂਰੀ ਨੇ। ਮੈਂ ਉਮੀਦ ਕਰਦਾ ਕਿ ਇਹ ਲੈਕਚਰ ਤੁਹਾਨੂੰ ਪਸੰਦ ਆਇਆ ਹੋਊਗਾ। ਹੁਣ ਬੈਕ ਟੂ ਬੈਕ ਲੈਕਚਰ ਆਉਣਗੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਥੈਂਕ ਯੂ ਵੈਰੀ ਮਚ।